हर हर नाम कथा नित सुनिए। सन्मानयोग गुरु प्यारी साध संगत जी, उस परिपूर्ण परमात्मा ने किरपा करके सानू साध संगत दियां घड़ियां बख्शिश कीतियां हन जी, जो कि वड्डे भागां दी निशानी है। जिंदगी दा एक एक पल बड़ा कीमती हुंदा, हर बंदे दा, हर एक इंसान दा। पर जदों आपां गुरु साहिबान दे कोल आके सजदे हां, उदों जिंदगी दे ये पल जिहड़े ने होर भी सोहणे हो जांदे ने, पर कल्ले बहण दे नाल सोहणे नहीं हुंदे। जो गुरु जी कहंदे ने सोई पल मानो, उहनूं मन के हिरदे च वसा के ही जिंदगी नूं सोहਣਾ बनाया जा सकदा है। सो आओ गुरबाणी दी विचार नूं आरंभ कीता जाए। प्रथम प्यार अदब सत्कार दे नाल आखो जी, वाहिगुरु जी का खालसा, वाहिगुरु जी की फतेह। अज दा पावन पवित्र हुक्मनामा साहिब श्री गुरु नानक देव जी महाराज जी, उन्हां दी रचना तो गायन किया होया है, जो कि सूही राग दे विच 751 अंग तो लैके 752 अंग ते समाप्त हो जाता है। ये काफ़ी एक रागनी दा नाम आ। सूही दे नाल काफ़ी रागनी नूं मिला के गुरु महाराज ने इस शब्द नूं गाया है। सूही महला पहला काफ़ी कर 10वां, एक ओंकार सतगुर प्रसाद। सूही राग दे विच गुरु नानक साहिब सच्चे पातशाह जी ने रागणी है काफ़ी, 10वें घर दे विच ताल ते सुर नूं मिला के गाउण लई कह रहे हैं। परमात्मा कहंदे एक है जो जियां नूं बनाउण वाला, साजण वाला, रिजक देण वाला, पालण वाला ते ढाउण वाला एक ही आ। ओंकार उहदा बोल आ। सतगुर प्रसाद, जे कोई ऐसे मालक नूं मिलना चाहुंदा है तां गुरु दे प्रसाद द्वारा ही, गुरु दी मेहरमत किरपा द्वारा ही उन्होंने प्राप्ति हुई ते हो सकती है। शुरू करते ने हुक्मनामे नूं आप जी फरमाउंदे हन, मानस जन्म दुलंभ गुरमुख पाया, मन तन होए चुलंभ जे सतगुर पाया। देखो तरह तरह के जीव हैं धरती ते, चौपाए जानवर हैं, उड्डण वाले पंछी हैं, जल दे विच रहण वाले हैं, धरती ते रींगण वाले हैं। तरह तरह के वख वख तरह के पशु पंछी, नाना प्रकार के जीव, उन्होंने धरती भरी पई है। पर गुरु नानक साहिब जी कहते हैं, मानस जन्म दुलंभ गुरमुख पाया। ये जिहड़ा मानस जन्म मनुख दी देही आ, ये दुलंभ है, बड़ा कीमती आ। ये जिहड़ा मानस जन्म आ बहुत ज़्यादा बेशकीमती आ। अवर जोन तेरी पनहारी, इस धरती में तेरी सिकदारी। होरां जूनियां दे नालों ये जिहड़ी जून है ना, इहदे विच संगत हो सकदी आ। क्यों इहदी कीमत आ ज़्यादा? इहदे विच बंदा संगत कर सकदा,
ਇਹਦੇ ਵਿੱਚ ਬੰਦਾ ਆਪਦੇ ਜਨਮ ਮਰਨ ਇਹ ਗੇੜ ਨੂੰ ਖਤਮ ਕਰ ਸਕਦਾ, ਇਹਦੇ ਵਿੱਚ ਕਿਤਾਬਾਂ ਪੜ੍ਹ ਸਕਦਾ, ਚੰਗੇ ਸਾਹਿਤ ਨੂੰ ਕਬੂਲ ਸਕਦਾ, ਕੁਝ ਸਿਰਜ ਵੀ ਸਕਦਾ। ਤੇ ਮਨੁੱਖ ਨੇ ਬਹੁਤ ਕੁਝ ਸਿਰਜਿਆ ਵੀ ਆ, ਬੜਾ ਕੁਝ ਖੋਜਾਂ ਹੋਈਆਂ ਨੇ। ਇਤਨਾ ਕਿ ਧਰਤੀ ਦੀਆਂ ਹਿੱਕਾਂ ਚੀਰ ਕੇ ਬੜੇ ਤਰ੍ਹਾਂ ਦੇ ਅਨਾਜ ਉਗਾਏ ਜਾ ਰਹੇ ਨੇ, ਪਹਾੜਾਂ ਦੀਆਂ ਕੰਦਰਾਂ ਚੀਰ ਕੇ ਖਾਨਾਂ ਕੱਢੀਆਂ ਜਾ ਰਹੀਆਂ ਨੇ, ਹੀਰੇ ਤਰਾਸ਼ੇ ਜਾ ਰਹੇ ਨੇ, ਬੜਾ ਕੁਝ ਹੈ। ਮਨੁੱਖ ਦੀ ਖੋਜ ਬੜੀ ਡੂੰਘੀ ਹੈ, ਨੇ ਬੜਾ ਕੁਝ ਖੋਜਿਆ। ਮਾਨਸ ਜਨਮ ਦੁਲੰਭ ਗੁਰਮੁਖ ਪਾਇਆ। ਵੱਡੇ ਵੱਡੇ ਜਾਨਵਰ ਜਿਹੜੇ ਸਨ, ਖੂੰਖਾਰੂ, ਸ਼ੇਰ ਵਰਗੇ, ਹਾਥੀ ਵਰਗੇ, ਉਹਨਾਂ ਨੂੰ ਵੀ ਕਾਬੂ ਵਿੱਚ ਕੀਤਾ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਨੇ ਜਿਹੜਾ ਮਾਨਸ ਜਨਮ ਹੈ ਇਹ ਦੁਲੰਭ ਹੈ, ਬੜਾ ਬੇਸ਼ਕੀਮਤੀ ਗਹਿਣਾ ਹੈ, ਗੁਰਮੁਖ ਪਾਇਆ। ਗੁਰਮੁਖਾਂ ਨੇ ਹੀ ਇਹਦੀ ਕਦਰ ਜਾਣੀ ਆ, ਪਰ ਗੁਰਮੁਖਾਂ ਨੇ ਹੀ ਜ਼ਿੰਦਗੀ ਚੋਂ ਜੀਵਨ ਨੂੰ ਕਮਾਇਆ। ਮਨ ਤਨ ਹੋਏ ਚੁਲੰਭ ਜੇ ਸਤਿਗੁਰ ਪਾਇਆ। ਕਹਿੰਦੇ ਬੰਦੇ ਦਾ ਜਿਹੜਾ ਮਨ ਆ, ਇਹਨੂੰ ਸੂਖਮ ਸਰੀਰ ਕਹਿੰਦੇ ਨੇ। ਆਤਮਾ ਜਿਹੜੀ, ਬੰਦੇ ਦਾ ਜਿਹੜਾ ਤਨ ਆ, ਸਰੀਰ ਆ, ਉਹ ਚੁਲੰਭ ਦੇ ਅਰਥ ਹੁੰਦੇ ਨੇ ਰੰਗਿਆ ਜਾਣਾ। ਉਹ ਰੰਗਿਆ ਜਾਂਦਾ ਹੈ ਕਦੋਂ? ਕਿਸ ਦੇ ਵਿੱਚ ਰੰਗਿਆ ਜਾਂਦਾ? ਵਾਹਿਗੁਰੂ ਦੇ ਪਿਆਰ ਦੇ ਵਿੱਚ। ਜਦੋਂ ਜੇ ਸਤਿਗੁਰ ਪਾਇਆ, ਜੇ ਗੁਰੂ ਦੀ ਰਹਿਮਤ ਹੋ ਜਾਵੇ, ਕਿਰਪਾ ਹੋ ਜਾਵੇ, ਫਿਰ ਬੰਦੇ ਦਾ ਮਨ ਵੀ, ਬੰਦੇ ਦਾ ਤਨ ਵੀ, ਇਨਸਾਨ ਦੀ ਆਤਮਾ ਵੀ ਰੰਗੀ ਜਾਂਦੀ ਹੈ। ਇੱਥੇ ਬਹੁਤ ਲੋਕ ਨੇ ਜਿਹੜੇ ਆਉਂਦੇ ਨੇ ਜਾਂਦੇ ਨੇ। ਇੱਕ ਸੱਜਣ ਚੱਲੇ ਇੱਕ ਚੱਲ ਗਏ, ਰਹਿੰਦੇ ਪੀ ਫੁੰਜਾਹੇ, ਜਿਨੀ ਸਤਿਗੁਰੂ ਨਾ ਸੇਵਿਓ ਸੇ ਆਏ ਗਏ ਪਛਤਾਹੇ। ਕੋਈ ਬਣ ਗਿਆ ਰੌਣਕ ਪੱਖੀਆਂ ਦੀ, ਕੋਈ ਛੋੜ ਕੇ ਸ਼ੀਸ਼ ਮਹਲ ਚੱਲਿਆ। ਕੋਈ ਪਲਿਆ ਨਾਜ ਤੇ ਨਖਰਿਆਂ ਵਿੱਚ, ਕੋਈ ਗਰਮ ਰੇਤ ਤੇ ਥਲ ਚੱਲਿਆ। ਕੋਈ ਭੁੱਲ ਗਿਆ ਮਕਸਦ ਆਵਣ ਦਾ, ਕੋਈ ਕਰਕੇ ਮਕਸਦ ਹਲ ਚੱਲਿਆ। ਗੁਲਾਮ ਫਰੀਦਾ ਇੱਥੇ ਸਭ ਮੁਸਾਫਿਰ, ਕੋਈ ਅੱਜ ਚੱਲਿਆ ਕੋਈ ਕੱਲ ਚੱਲਿਆ। ਇੱਕ ਸੱਜਣ ਚੱਲੇ ਇੱਕ ਚੱਲ ਗਏ, ਰਹਿੰਦੇ ਪੀ ਫੁੰਜਾਹੇ। ਕਰੋੜਾਂ ਬੱਚੇ ਦੇਖੋ ਜਨਮ ਲੈਂਦੇ ਨੇ, ਰੋਜ਼ ਹੀ ਆਤਮਾਵਾਂ ਆ ਰਹੀਆਂ ਨੇ ਸਰੀਰ ਰਾਹੀਂ, ਕਰੋੜਾਂ ਹੀ ਅਰਥੀਆਂ ਉੱਠ ਰਹੀਆਂ ਨੇ, ਪਰ ਆਉਣਾ ਤੇ ਜਾਣਾ, ਇਹਦੇ ਵਿੱਚੋਂ ਜਿਹੜਾ ਮਕਸਦ ਆ ਉਹ ਕਿਸੇ ਦਾ ਸਫਲ ਹੁੰਦਾ। ਕੋਈ ਭੁੱਲ ਗਿਆ ਮਕਸਦ ਆਵਣ ਦਾ, ਕੋਈ ਕਰਕੇ ਮਕਸਦ ਹੱਲ ਚੱਲੇ। ਗੁਰਮੁਖ ਜਨਮ ਸਵਾਰ ਦਰਗਹਿ ਚੱਲੇ। ਅਸਲ 'ਚ ਨਾ ਦੋ ਗੱਲਾਂ ਹਨ, ਜੀਵਨ ਤੇ ਮੌਤ। ਜੇ ਤਾਂ ਬੰਦਾ ਜਿਉਣਾ ਸਿੱਖ ਲਵੇ, ਫਿਰ ਉਹਨੂੰ ਮਰਨ ਦੀ ਕਲਾ ਆ ਜਾਂਦੀ ਹੈ। ਜੇ ਮਰਨਾ ਸਿੱਖ ਲਵੇ, ਉਹਨੂੰ ਜਿਉਣਾ ਆ ਜਾਂਦਾ। ਕਿਹਾ ਜਾਂਦਾ ਵੀ ਬੰਦੇ ਨੂੰ ਨਾ ਤਾਂ ਗੁਰੂ ਤੋਂ ਬਿਨਾਂ ਨਾ ਤਾਂ ਜਿਉਣਾ ਆਉਂਦਾ, ਗੁਰੂ ਤੋਂ ਬਿਨਾਂ ਨਾ ਹੀ ਮਰਨਾ ਆਉਂਦਾ। ਜਦੋਂ ਸਾਹਿਬਜ਼ਾਦਿਆਂ ਨੂੰ ਬਾਬਾ ਜੋਰਾਵਰ ਸਿੰਘ ਤੇ ਫਤਿਹ ਸਿੰਘ ਨੂੰ ਸੂਬੇਦਾਰ ਪੁੱਛਦਾ ਹੈ, ਕਚਹਿਰੀ ਦਾ ਸੂਬਾ, ਕਿ ਤੁਹਾਨੂੰ ਇਸਲਾਮ ਜੇ ਤੁਸੀਂ ਨਾ ਕਬੂਲ ਕੀਤਾ, ਭਾਵ ਕਿ ਮੁਸਲਮਾਨ ਵਾਲਾ ਧਰਮ ਕਬੂਲ ਨਾ ਕੀਤਾ, ਤੇ ਤੁਹਾਨੂੰ ਨੀਹਾਂ 'ਚ ਚਿਣ ਦਿੱਤਾ ਜਾਏਗਾ। ਸਾਹਿਬਜ਼ਾਦਿਆਂ ਨੇ ਉਦੋਂ ਇੱਕ ਗੱਲ ਆਖੀ ਸੀ, ਕਹਿੰਦੇ ਸਨ ਕਿ ਸਾਡੇ ਧਰਮ ਦੇ ਵਿੱਚ ਸਾਨੂੰ ਮਰਨਾ ਪਹਿਲਾਂ ਸਿਖਾਇਆ ਹੈ। ਗੁਰੂ ਨਾਨਕ ਨੇ ਪਹਿਲਾਂ ਮਰਨ ਕਬੂਲ, ਵੀ ਮੌਤ ਦਾ ਡਰ ਤੁਸੀਂ ਉਹਨਾਂ ਨੂੰ ਦੇਵੋ ਜਿਹੜੇ ਮੌਤ ਤੋਂ ਡਰਦੇ ਨੇ। ਮਰਨਾ ਸਾਨੂੰ ਪਹਿਲਾਂ ਹੀ ਸਿਖਾਇਆ ਹੋਇਆ, ਅਸੀਂ ਮਰਨਾ ਜਾਣਦੇ ਹਾਂ, ਪਹਿਲਾਂ ਹੀ ਸਿੱਖਿਆ ਹੋਇਆ, ਕਲਾ ਇਹ ਸਾਨੂੰ ਆਉਂਦੀ ਆ। ਇਸ ਕਰਕੇ ਮੌਤ ਦਾ ਕੋਈ ਖੌਫ ਨਹੀਂ ਤੇ ਜ਼ਬਰ ਅਸੀਂ ਸਹਿਣਾ ਨਹੀਂ। ਇਹੀ ਗੱਲ ਮੈਂ ਕਹਿ ਰਿਹਾ ਹਾਂ। ਜਿਉਣਾ, ਜੇ ਆਪਾਂ ਜ਼ਿੰਦਗੀ ਜਿਉਣੀ ਸਿੱਖ ਲਈਏ, ਸਾਨੂੰ ਮਰਨਾ ਆ ਜਾਂਦਾ। ਜੇ ਮਰਨਾ ਸਿੱਖ ਲਈਏ, ਸਾਨੂੰ ਜਿਉਣਾ ਆ ਜਾਂਦਾ। ਕਹਿੰਦੇ ਮੌਤ ਤਾਂ ਬੰਦੇ ਨੂੰ ਬਾਅਦ 'ਚ ਮਾਰਦੀ ਆ, ਪਰ ਉਹਦੀ ਨਾ ਸਮਝੀ, ਉਹਦੀਆਂ ਗੱਲਾਂ, ਉਹਦੀਆਂ ਬੇਸਮਝੀਆਂ ਉਹਨੂੰ ਪਹਿਲਾਂ ਹੀ ਮਾਰ ਦਿੰਦੀਆਂ।
ਅਸਲ 'ਚ ਨਾ ਬੰਦਾ ਮੌਤ ਤੋਂ ਪਹਿਲਾਂ ਹੀ ਮਰਿਆ ਹੁੰਦਾ। ਆਤਮਿਕ ਜੀਵਨ ਨਹੀਂ ਹੁੰਦਾ ਉਹਦੇ ਕੋਲ ਰੂਹਾਨੀ ਜ਼ਿੰਦਗੀ ਨਹੀਂ ਹੁੰਦੀ, ਉਹਦੇ ਕੋਲ ਚੰਗੇ ਸੰਸਕਾਰ ਨਹੀਂ ਹੁੰਦੇ। ਇੱਕ ਕਹਾਣੀ ਪੜ੍ਹੀ ਮੈਂ, ਤੁਹਾਨੂੰ ਸਮਝ ਆਵੇਗੀ ਹੋਰ ਇਹਦੇ ਨਾਲ। ਇੱਕ ਬੱਚਾ ਸੀ, ਉਹਨੇ ਸਕੂਲ ਦੇ ਵਿੱਚੋਂ ਨਾ ਕਿਸੇ ਨਾਲ ਦੇ ਬੱਚੇ ਦਾ ਪੈਨ ਚੋਰੀ ਕਰ ਲਿਆ। ਪੈਨ ਜਦੋਂ ਚੋਰੀ ਕੀਤਾ ਤੇ ਘਰੇ ਆਇਆ ਤੇ ਮਾਂ ਨੂੰ ਕਹਿਣ ਲੱਗਾ, ਮੈਂ ਆਹ ਦੇਖੋ ਕਿਸੇ ਬੱਚੇ ਦਾ ਪੈਨ ਚੁਰਾ ਲਿਆ, ਅੱਜ ਚੋਰੀ ਕਰ ਲਈ ਭਾਗ ਕੀ, ਦੇਖੋ। ਮਾਂ ਕਹਿਣ ਲੱਗੀ, ਚੰਗਾ ਕੀਤਾ, ਪੈਸੇ ਬਚ ਗਏ ਆਪਣੇ। ਉਹੀ 10 ਰੁਪਏ ਦਾ ਪੈਨ ਹੋਣਾ ਸੀ, ਤੈਨੂੰ ਲੈ ਕੇ ਦੇਣਾ ਪੈਣਾ ਸੀ, ਤੇ ਇਹ ਹੁਣ ਤੈਨੂੰ ਮਿਲ ਗਿਆ, ਠੀਕ ਆ। ਦੇਖੋ ਮੈਂ ਕਹਿ ਰਿਹਾ ਵੀ ਨਿੱਕੀਆਂ ਨਿੱਕੀਆਂ ਗੱਲਾਂ ਵੱਲ ਅਸੀਂ ਧਿਆਨ ਨਹੀਂ ਦਿੰਦੇ, ਇਹੀ ਸਾਨੂੰ ਕਿਵੇਂ ਡੋਬਦੀਆਂ ਨੇ। ਸਮਾਂ ਬੀਤਿਆ, ਪਹਿਲਾਂ ਪੈਨ ਚੋਰੀ ਕਰਦਾ ਸੀ, ਹੌਲੀ 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 ਵੱਡਾ ਹੋਇਆ, ਵੱਡੀਆਂ ਚੀਜ਼ਾਂ ਉਹਨੇ ਚੁਰਾਉਣੀਆਂ, ਛੁਪਾਉਣੀਆਂ, ਲੁਕਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਪ੍ਰਕਾਰ ਚੋਰ ਬਣ ਗਿਆ, ਕਰਦੇ 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 ਆਦਤ ਬਣ ਗਈ। ਗੱਲ ਕਿੱਥੋਂ ਸ਼ੁਰੂ ਹੋਈ? ਪੈਨ ਤੋਂ। ਇੱਕ ਦਿਨ ਨਾ ਕਾਨੂੰਨ ਨੇ ਇਹਨੂੰ ਫੜ ਲਿਆ। ਦੇਖੋ ਬੰਦਾ ਗਲਤੀਆਂ ਕਰੇਗਾ, ਇੱਕ ਦਿਨ ਫੜਿਆ ਜਾਵੇਗਾ। ਤੁਸੀਂ ਸਦਾ ਲਈ ਕਹਿੰਦੇ ਹੁੰਦੇ ਆ ਵੀ ਕਿਸੇ ਨੂੰ ਮੂਰਖ ਨਹੀਂ ਬਣਾ ਸਕਦੇ। ਚੋਰੀ ਯਾਰੀ ਇੱਕ ਨਾ ਇੱਕ ਦਿਨ ਪ੍ਰਗਟ ਹੋ ਕੇ ਰਹਿੰਦੀ ਆ। ਚੋਰੀ ਤੇ ਲਾਈ ਹੋਈ ਯਾਰੀ ਇੱਕ ਦਿਨ ਪ੍ਰਗਟ ਹੋ ਜਾਂਦੀ ਹੈ, ਬਾਹਰ ਆ ਜਾਂਦੀ ਉਗੜ ਕੇ, ਛੁਪੀ ਨਹੀਂ ਰਹਿੰਦੀ, ਛੁਪਾਇਆ ਨਹੀਂ ਛੁਪਦੀ। ਇਹ ਨਾ ਫੜਿਆ ਗਿਆ, ਕਾਨੂੰਨ ਨੇ ਇਹਨੂੰ ਸਜ਼ਾ ਦੇਣੀ ਸੀ, ਜੱਜ ਨੇ ਇਹਨੂੰ ਕੋਲ ਖੜਾਇਆ ਕਟਹਿਰੇ ਦੇ ਵਿੱਚ ਜਿਵੇਂ ਕਰਦੇ ਹਨ। ਪੁੱਛਿਆ ਵੀ ਤੇਰਾ ਹੁਣ ਜਿਹੜਾ ਜੁਰਮ ਆ ਨਾ ਸਾਬਤ ਹੋ ਗਿਆ ਤੇ ਹੁਣ ਤੈਨੂੰ ਸਜ਼ਾ ਹੋਵੇਗੀ, ਘੱਟੋ ਘੱਟ 5 ਸਾਲ ਦੀ ਸਜ਼ਾ ਹੋਵੇਗੀ। 5 ਸਾਲ ਜੇਲ੍ਹ ਦੇ ਵਿੱਚ ਰਹਿਣਾ ਪਵੇਗਾ, ਉੱਥੇ ਸੜਨਾ ਪਵੇਗਾ। ਉੱਥੇ ਕਾਹਦੀ ਜ਼ਿੰਦਗੀ ਹੁੰਦੀ ਬੰਦੇ ਦੀ, ਹੈ ਨਾ। ਤਾਂ ਕਰਕੇ ਗੁਰੂ ਮਹਾਰਾਜ ਜੀ ਕਹਿੰਦੇ ਫਿਰ ਬੰਦੇ ਦੇ ਸੰਸਕਾਰ ਜਿਹੜੇ ਹੁੰਦੇ ਨੇ ਨਾ ਪੱਕਦੇ 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 ਪੱਕ ਜਾਂਦੇ ਨੇ। ਕਾਲੀ ਜਿਨੀ ਨਾ ਰਾਵੇ ਆ ਧੌਲੀ ਰਾਵੇ ਕੋਈ। ਇਹਨੇ ਇੱਕ ਸ਼ਰਤ ਰੱਖੀ, ਕਹਿੰਦਾ ਇਉਂ ਕਰੋ, ਸਜ਼ਾ ਮੈਨੂੰ ਦੇ ਦਿਓ ਪਰ ਮੈਨੂੰ ਮੇਰੀ ਮਾਂ ਨਾਲ ਮਿਲਾ ਦਿਓ। ਮੈਂ ਆਪਣੀ ਮਾਂ ਨੂੰ ਮਿਲਣਾ ਚਾਹੁੰਦਾ ਹਾਂ। ਕਹਿੰਦੇ ਕੋਈ ਗੱਲ ਨਹੀਂ, ਸਜ਼ਾ ਤੋਂ ਪਹਿਲਾਂ ਤੇਰੀ ਮਾਂ ਦੇ ਨਾਲ, ਤੇਰੇ ਮਾਤਾ ਜੀ ਦੇ ਨਾਲ ਭਾਵ ਕਿ ਤੇਰੀ ਮੁਲਾਕਾਤ ਕਰਾਈ ਜਾਵੇਗੀ। ਮਾਂ ਨੂੰ ਬੁਲਾਇਆ ਗਿਆ ਇਹਨੇ, ਜ਼ੋਰ ਦੀ, ਜਿਵੇਂ ਇੱਕ ਕੁੱਤੇ ਦਾ ਸੁਭਾਅ ਨਹੀਂ ਹੁੰਦਾ, ਦੌੜ ਕੇ ਗਿਆ, ਆਪਦੀ ਮਾਂ ਦੇ ਹੱਥ ਤੇ ਦੰਦੀ ਵੱਢੀ ਇਹਨੇ, ਕੱਟ ਲਿਆ ਉਹਨੂੰ, ਬਹੁਤ ਜ਼ੋਰ ਦੀ ਕੱਟਿਆ। ਪੁਲਿਸ ਵਾਲਿਆਂ ਨੇ ਫੜ ਕੇ ਪਿੱਛੇ ਹਟਾਇਆ ਵੀ ਇਹ ਤੂੰ ਕੀ ਕਰ ਰਿਹਾ, ਵੀ ਕਿਤੇ ਹੋਰ ਜੁਰਮ ਨਾ ਕਰ ਦੇਵੇ, ਪਹਿਲਾਂ ਹੀ ਇਹਦੇ ਸਿਰ ਤੇ ਭਾਰ ਆ। ਉਹਨੂੰ ਹਟਾਇਆ, ਏਦਾਂ ਪਿੱਛੇ ਕੀਤਾ। ਉਹ ਕਹਿੰਦਾ ਨਹੀਂ ਮੈਨੂੰ ਵੱਢਣ ਦਿਓ, ਦੰਦੀ ਕੱਟਣ ਦਿਓ। ਕਹਿੰਦੇ ਕਾਰਨ ਵੀ ਦੱਸ। ਕਹਿੰਦੇ ਕਾਰਨ ਇਹੀ ਆ, ਜਿਸ ਦਿਨ ਮੈਂ ਆਪਣੇ ਸਕੂਲ ਦੇ ਵਿੱਚ ਪਹਿਲੇ ਦਿਨ ਪੈਨ ਚੋਰੀ ਕੀਤਾ ਸੀ ਨਾਲ ਦੇ ਬੱਚੇ ਦਾ, ਸਟੂਡੈਂਟ ਦਾ, ਵਿਦਿਆਰਥੀ ਦਾ, ਉਸ ਦਿਨ ਜਿਹਨੇ ਮੈਨੂੰ ਆਪਣੇ ਹੱਥਾਂ ਦੇ ਨਾਲ ਥੱਪੜ ਮਾਰਿਆ ਹੁੰਦਾ ਤੇ ਅੱਜ ਮੈਂ ਇੱਥੇ ਨਾ ਖੜਾ ਹੁੰਦਾ। ਇਹਨੇ ਮੈਨੂੰ ਸ਼ਾਬਾਸ਼ ਦਿੱਤੀ, ਮੈਨੂੰ ਹਟਾਇਆ ਨਹੀਂ ਸਗੋਂ ਲਾਇਆ ਇਸ ਪਾਸੇ। ਇਹ ਮੇਰੀ ਜਨਨੀ ਸੀ, ਇਹਦਾ ਫਰਜ਼ ਸੀ ਮੈਨੂੰ ਚੰਗੇ ਪਾਸੇ ਲਾਉਣਾ, ਕਿਉਂਕਿ ਗੁਰਦੇਵ ਮਾਤਾ, ਗੁਰਦੇਵ ਪਿਤਾ ਕਿਹਾ ਜਾਂਦਾ ਕਿ ਏਸ਼ੀਆ ਦੇ ਵਿੱਚ ਨਾ ਸਾਰੇ ਬੱਚਾ ਵਿਗੜਿਆ ਹੋਵੇ ਤੇ ਗਾਲ ਜਿਹੜੀ ਆ ਉਹ ਮਾਂ ਨੂੰ ਕੱਢਦੇ ਨੇ ਵੀ ਕਿਹੋ ਜੀ ਮਾਂ ਦੀ ਔਲਾਦ ਹੈ। ਜੇ ਅੱਜ ਮੈਂ ਵਿਗੜਿਆ ਨਾ, ਇਹਦੇ ਪਿੱਛੇ ਮੇਰੀ ਮਾਤਾ ਦਾ ਹੱਥ ਆ, ਇਸ ਕਰਕੇ ਮੈਂ ਇਹਦੇ ਹੱਥਾਂ ਨੂੰ ਕੱਟਿਆ ਵੀ ਇਹ ਮੈਨੂੰ ਉਦੋਂ ਰੋਕਦੀ ਤੇ ਅੱਜ ਮੈਂ ਇੱਥੇ ਨਾ ਖੜਾ ਹੁੰਦਾ। ਗੁਰੂ ਸਾਹਿਬ ਜੀ ਕਹਿੰਦੇ ਹਨ, ਜਿਹੜੀ ਮਾਂ ਐਸੇ ਪੁੱਤਰ ਨੂੰ ਜਨਮ ਨਹੀਂ ਦੇ ਸਕਦੀ ਜੋ ਵੱਡਾ ਹੋ ਕੇ ਚੰਗੇ ਕੰਮ ਕਰੇ, ਤਾਂ ਉਹਨੂੰ ਫਿਰ ਉਹਦੀ ਕੁੱਖ ਨੂੰ ਸੁੰਨੀ ਰਹਿਣਾ ਚਾਹੀਦਾ ਹੈ, ਉਹਨੂੰ ਬਾਂਝ ਬਣ ਜਾਣਾ ਚਾਹੀਦਾ ਹੈ। ਜਿਨ ਹਰ ਹਿਰਦੈ ਨਾਮ ਨ ਵਸਿਓ ਤਿਨ ਮਾਤ ਕੀ ਜੈ ਹਰ ਬਾਂਝਾ। ਤਾਂ ਨਿੱਕੀਆਂ ਨਿੱਕੀਆਂ ਗੱਲਾਂ ਨਾਲ ਅਸੀਂ ਨੋਟ ਨਹੀਂ ਕਰਦੇ, ਉਹਨਾਂ ਦੇ ਕਰਕੇ ਹੀ ਸਾਡੀ ਜ਼ਿੰਦਗੀ ਬਣਦੀ ਆ, ਉਹਨਾਂ ਦੇ ਕਰਕੇ ਹੀ ਸਾਡੀ ਜ਼ਿੰਦਗੀ ਸਵਰਦੀ ਆ, ਵਿਗੜਦੀ ਆ। ਅਸੀਂ ਵੱਡੀਆਂ ਗੱਲਾਂ ਵੱਲ ਬੜਾ ਧਿਆਨ ਦਿੰਦੇ ਆ, ਪਰ ਨਹੀਂ, ਸਾਨੂੰ ਲੋੜ ਹੈ ਆਪਦੀ ਇੱਕ ਨਿੱਕੀ ਨਿੱਕੀ ਆਦਤ ਵੱਲ
ਨਿਗਾਹ ਮਾਰਨ ਦਾ, ਧਿਆਨ ਦੇਣ ਦਾ। ਨਹੀਂ ਤਾਂ ਮੌਤ ਨੇ ਤਾਂ ਸਾਨੂੰ ਬਾਅਦ ਚ ਮਾਰਨਾ। ਸਾਡੀਆਂ ਨਾ ਸਮਝੀਆਂ ਨੇ, ਸਾਡੀਆਂ ਭੁੱਲਾਂ ਨੇ, ਸਾਡੀਆਂ ਚਤਰਾਈਆਂ ਨੇ ਸਾਨੂੰ ਪਹਿਲਾਂ ਹੀ ਮਾਰ ਦੇਣਾ। ਜੀਵਨ ਬੜਾ ਔਖਾ ਮਿਲਦਾ। ਜ਼ਿੰਦਗੀ ਹਜੇ ਮਿਲ ਜਾਂਦੀ ਹੈ। ਜ਼ਿੰਦਗੀ ਸਾਰਿਆਂ ਕੋਲ ਆ, ਸਾਡੇ ਜਿੰਨੇ ਅਸੀਂ ਬੈਠੇ ਆ। ਜਿਨ੍ਹਾਂ ਕੋਲ ਨਹੀਂ ਹੈਗੀ ਤੇ ਉਹਨਾਂ ਨੂੰ ਅਸੀਂ ਦਫਨਾਏ ਆ ਜਾਂ ਜਲਾਏ ਆ। ਇੱਕ ਸੱਜਣ ਚੱਲੇ, ਇੱਕ ਚੱਲ ਗਏ। ਕੋਈ ਬਣ ਗਿਆ ਰੌਣਕ ਪੱਖੀਆਂ ਦੀ, ਕੋਈ ਛੋੜ ਕੇ ਸ਼ੀਸ਼ ਮਹਲ ਚੱਲਿਆ। ਕੋਈ ਭੁੱਲ ਗਿਆ ਮਕਸਦ ਆਵਣ ਦਾ, ਕੋਈ ਕਰਕੇ ਮਕਸਦ ਹੱਲ ਚੱਲਿਆ। ਗੁਲਾਮ ਫਰੀਦਾ ਇੱਥੇ ਸਭ ਮੁਸਾਫਿਰ, ਕੋਈ ਅੱਜ ਚੱਲਿਆ, ਕੋਈ ਕੱਲ ਚੱਲਿਆ। ਇਸ ਦੁਨੀਆ ਤੇ ਹਰ ਕੋਈ ਬੰਦਾ ਮੇਲਾ ਵੇਖਣ ਆਇਆ। ਤੂੰ ਜੀ ਨਾ ਲਾ ਲਈ 2 ਘੜੀਆਂ ਦਾ, ਮੇਲਾ ਵੇਖਣ ਆਇਆ। ਇਸ ਮੇਲੇ ਚੋਂ ਜਿਹੜਾ ਖੁੰਝਿਆ ਮੁੜ ਮੇਲੇ ਨਹੀਂ ਆਇਆ। ਇਕਬਾਲ ਉਹਨਾਂ ਨੂੰ ਸਜਦੇ ਕਰਦਾ ਜਿਨ੍ਹਾਂ ਨਾਨਕ ਨਾਮ ਤੇ ਆਇਆ। ਕਦਰ ਉਹਨਾਂ ਦੀ ਪੈਂਦੀ ਆ ਸਾਈਂ ਦੇ ਰੰਗ ਵਿੱਚ ਜੋ ਰੰਗੇ ਗਏ ਹਨ। ਮਨ ਤਨ ਹੋਏ ਚੁਲੰਬ, ਚੁਲੰਬ ਦੇ ਅਰਥ ਹੁੰਦੇ ਨੇ ਲਾਲ ਰੰਗ ਹੋ ਜਾਣਾ। ਆਤਮਾ ਰੰਗੀ ਜਾਣੀ ਜੇ ਸਤਿਗੁਰ ਪਾਇਆ। ਤਾਂ ਇਹ ਗੁਰੂ ਦੀ ਸ਼ਰਨ ਪੈ ਕੇ ਹੁੰਦੀ ਆ। ਮਾਨਸ ਜਨਮ ਦੀ ਕਦਰ ਗੁਰੂ ਨੂੰ ਮਿਲਦੀਆਂ ਹੀ ਪੈਂਦੀ ਆ। ਇਸ ਤੋਂ ਬਿਨਾਂ ਬੰਦਾ ਤਾਂ ਕਦਰ ਹੀ ਨਹੀਂ ਜਾਣਦਾ। ਦੇਖੋ, ਜੇ ਗੁਰੂ ਨਾ ਹੋਵੇ ਜ਼ਿੰਦਗੀ ਦੇ ਵਿੱਚ, ਸੂਰਜ ਜ਼ਰੂਰ ਹੁੰਦਾ, ਚੰਦਰਮਾ ਵੀ ਹੁੰਦਾ, ਤਾਰੇ ਵੀ ਹੁੰਦੇ ਆ, ਪਰ ਆਨੰਦ ਨਹੀਂ ਹੁੰਦਾ। ਜੇ ਗੁਰੂ ਨਾ ਹੋਵੇ, ਮੁਰਸ਼ਿਦ ਨਾ ਹੋਵੇ ਜ਼ਿੰਦਗੀ ਦੇ ਵਿੱਚ, ਤਾਂ ਫਿਰ ਬੰਦਾ ਡੋਲ ਜਾਂਦਾ, ਦੁੱਖ 'ਚ ਵੀ ਤੇ ਸੁੱਖ 'ਚ ਵੀ। ਮੌਲਾਨਾ ਰੂਮੀ ਜੀ ਦੀ ਇੱਕ ਪੁਸਤਕ ਛਪੀ ਸੀ, ਉਹਦੇ ਵਿੱਚ ਉਹ ਲਿਖਦੇ ਨੇ, ਬੜਾ ਸੁੰਦਰ ਆ ਉਹ ਬਚਨ, ਤੇ ਮਹਿੰਗਾ ਵੀ ਆ ਤੇ ਡੂੰਘਾ ਵੀ ਆ। ਕਹਿੰਦੇ ਦੁੱਖ ਤੇ ਸੁੱਖ ਤੋਂ ਇੱਕ ਪਰੇ ਇੱਕ ਜਗ੍ਹਾ ਹੈ। ਮੌਲਾਨਾ ਰੂਮ ਜੀ ਕਹਿੰਦੇ, ਮੈਂ ਤੁਹਾਨੂੰ ਉੱਥੇ ਮਿਲਾਂਗਾ। ਦੁੱਖ ਤੋਂ ਤੇ ਸੁੱਖ ਤੋਂ ਪਰੇ ਇੱਕ ਜਗ੍ਹਾ ਵਾ, ਮੈਂ ਉੱਥੇ ਬੈਠਾ, ਮੈਂ ਤੁਹਾਨੂੰ ਉੱਥੇ ਮਿਲਾਂਗਾ। ਬੜੀ ਕੀਮਤੀ ਗੱਲ ਆ ਵੀ ਮੈਂ ਉੱਥੇ ਚਲਿਆ ਗਿਆ ਜਿੱਥੇ ਦੁੱਖ ਸੁੱਖ ਦੋਨੋਂ ਸਮ ਕਰ ਜਾਣੇ ਔਰ ਮਾਣ ਅਪਮਾਨ, ਉੱਥੇ ਬੈਠਾ ਹਾਂ। ਬਹੁਤ ਉੱਚੀ ਅਵਸਥਾ ਦੀ ਉਹ ਗੱਲ ਕਰ ਰਹੇ ਨੇ। ਉਹਨੇ ਬੱਚੇ ਨੂੰ ਬੜਾ ਸਮਝਾਇਆ ਜਾਂਦਾ, ਬੀਜ ਹੀ ਦਰਖਤ ਬਣਦਾ, ਉਹ ਮੰਨਦਾ ਨਹੀਂ। ਮਾਂ ਦੇ ਪੇਟ 'ਚ ਜਿਹੜਾ ਬੱਚਾ ਹੁੰਦਾ 9 ਮਹੀਨੇ ਹੁੰਦਾ, ਉਹਨੂੰ ਕਹੀਏ ਬਾਹਰ ਇੱਕ ਜ਼ਿੰਦਗੀ ਹੁੰਦੀ ਆ, ਉਹ ਕਿੱਥੇ ਮੰਨਦਾ, ਕਿੱਥੇ ਸੁਣਦਾ। ਜਦੋਂ ਬਾਹਰ ਆਉਂਦਾ ਉਦੋਂ ਪਤਾ ਲੱਗਦਾ ਵੀ ਹੁੰਦੀ ਆ। ਇੱਕ ਬੱਚੇ ਨੂੰ ਕੀ ਪਤਾ ਜਵਾਨੀ ਕੀ ਹੁੰਦੀ ਆ, ਜਵਾਨ ਹੋ ਕੇ ਪਤਾ ਲੱਗਦਾ ਵੀ ਜਵਾਨੀ ਕੀ ਹੁੰਦੀ ਆ। ਤੇ ਇੱਕ ਜਵਾਨ ਨੂੰ ਕੀ ਪਤਾ ਬਜ਼ੁਰਗੀ ਵਾਲਾ ਦੁੱਖ, ਉਹ ਪੀੜਾ, ਉਹ ਦਰਦ ਕੀ ਹੁੰਦਾ। ਬਜ਼ੁਰਗ ਹੋਵਾਂਗੇ ਤੇ ਪਤਾ ਲੱਗੂਗਾ, ਭਾਵੇਂ ਬਜ਼ੁਰਗ ਸਾਹਮਣੇ ਨੇ, ਨਹੀਂ ਪਤਾ। ਇੱਕ ਬਜ਼ੁਰਗ ਨੂੰ ਕੀ ਪਤਾ ਮੌਤ ਕੀ ਹੁੰਦੀ ਆ, ਮਰ ਕੇ ਪਤਾ ਲੱਗਦਾ ਮੌਤ ਕੀ ਹੁੰਦੀ ਆ। ਇੱਕ ਆਮ ਬੰਦੇ ਨੂੰ ਕਹੀਏ ਇਹ ਜੀਵਨ ਹੁੰਦਾ, ਇਹ ਰੂਹਾਨੀ ਸਪਿਰਚੁਅਲ ਅਧਿਆਤਮ ਲਾਈਫ ਹੁੰਦੀ ਆ, ਉਹਨੂੰ ਕੀ ਪਤਾ ਇਹਦਾ। ਏਵੜ ਉੱਚਾ ਹੋਵੇ ਕੋਏ ਤੈ ਸੂਚੇ ਕੋ ਜਾਣੇ ਸੋਏ। ਜੇ ਕੋਈ ਏਡਾ ਵੱਡਾ ਹੋਵੇਗਾ, ਉੱਥੇ ਪਹੁੰਚੇਗਾ, ਫੇਰ ਜਾ ਕੇ ਪਤਾ ਲੱਗੇਗਾ ਵੀ ਇਹ ਅਵਸਥਾ ਇਹ ਹੁੰਦੀ ਆ, ਇਹ ਨਹੀਂ ਹੁੰਦੀ, ਵਾਕਈ ਹੁੰਦੀ ਆ। ਚੱਲੇ ਜਨਮ ਸਵਾਰ ਵੱਖਰ ਸੱਚ ਲੈ, ਪਤ ਪਾਏ ਦਰਬਾਰ ਸਤਿਗੁਰ ਸ਼ਬਦ ਪੈ। ਜਨਮ ਨੂੰ ਸਵਾਰ ਕੇ ਥੋੜੇ ਲੋਕ ਆ ਜਿਹੜੇ ਜਾਂਦੇ ਨੇ, ਨਹੀਂ ਤਾਂ ਹੋਰ ਕੀਤੀ ਚੱਖ ਆਵੇ ਜਾਵੇ। ਇੱਥੇ ਬਹੁਤ ਲੋਕ ਆਉਂਦੇ ਨੇ, ਬਹੁਤ ਲੋਕ ਜਾਂਦੇ ਨੇ, ਪਰ ਸਫਲ ਕਰਕੇ ਕੋਈ ਜਾਂਦਾ। ਪਤ ਪਾਏ ਦਰਬਾਰ ਸਤਿਗੁਰ ਸ਼ਬਦ ਪੈ। ਜਿਹੜੇ ਸਫਲ ਕਰ ਗਏ ਉਹਨਾਂ ਨੂੰ ਇੱਜ਼ਤ ਮਿਲਦੀ ਆ ਉਹਦੇ ਦਰਬਾਰ ਦੇ ਵਿੱਚ। ਮਨ ਤਨ ਸੱਚ ਸਲਾਹੇ ਸਾਚੇ ਮਨ ਭਾਇਆ, ਲਾਲ ਰੱਤਾ ਮਨ ਮਾਨਿਆ ਗੁਰ ਪੂਰਾ ਪਾਇਆ। ਉਹਨਾਂ ਦਾ ਜਿਹੜਾ ਮਨ ਆ ਉਹਦੇ ਵਿੱਚ ਪਤੀਜ ਗਿਆ ਹੈ ਮਾਲਕ ਦੇ ਰੰਗਾਂ ਦੇ ਵਿੱਚ, ਲਾਲ ਸੂਹਾ ਹੋ ਗਿਆ ਜਿਨ੍ਹਾਂ ਪੂਰੇ ਗੁਰੂ ਨੂੰ ਪਾਇਆ ਵਾ।
ਦੇਖੋ, ਗੁਰੂ ਸਾਹਿਬ ਤਾਂ ਸਾਨੂੰ ਮਿਲੇ ਹੋਏ ਹਨ। ਸਿੱਖਾਂ ਦੇ ਘਰਾਂ ਵਿੱਚ ਸਾਡਾ ਜਨਮ ਹੋ ਗਿਆ ਵਾ। ਗੁਰੂ ਗ੍ਰੰਥ ਸਾਹਿਬ ਜੀ ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਮਹਾਰਾਜ ਦਾ ਹੁਕਮ ਸੀ, ਹੁਕਮ ਹੈ। ਹੁਕਮ ਹੈ ਦਾ ਮਤਲਬ ਹੁੰਦਾ ਬੇਨਤੀ ਨਹੀਂ, ਹੁਕਮ ਹੈ। ਗੁਰੂ ਮਾਨਿਓ ਗ੍ਰੰਥ। ਪਰ ਗੁਰੂ ਦਾ ਮਿਲ ਜਾਣਾ ਤੇ ਗੁਰੂ ਦੇ ਹੋ ਜਾਣਾ, ਇਹਨਾਂ ਦੋਨਾਂ ਚੀਜ਼ਾਂ ਦਾ ਬਹੁਤ ਜ਼ਿਆਦਾ ਫਰਕ। ਇੱਕ ਵਿਦਵਾਨ ਦੀ ਮੈਂ ਪੁਸਤਕ ਪੜ੍ਹੀ ਸੀ, ਉਹ 'ਚ ਲਿਖਿਆ, ਕਹਿੰਦੇ ਔਕਾਤ ਤੋਂ ਮਹਿੰਗੀ ਮਿਲੀ ਹੋਈ ਚੀਜ਼, ਔਕਾਤ ਤੋਂ ਜਿੰਨਾ ਕਿ ਮੇਰਾ ਲੈਵਲ ਆ, ਉਹਦੇ ਨਾਲੋਂ ਵੱਡੀ ਮਿਲੀ ਹੋਈ ਚੀਜ਼ ਉਹ ਨਾ ਸਾਂਭੀ ਜਾਂਦੀ ਆ, ਵਰਤੀ ਨਹੀਂ ਜਾਂਦੀ। ਕਈ ਦਫਾ ਨਾ ਸਾਨੂੰ ਜਨਮ ਦਿਨ 'ਤੇ ਤੋਹਫੇ ਮਿਲਦੇ ਹਨ, ਘਰਾਂ ਦੇ ਵਿੱਚ ਆਮ ਹੀ ਗੱਲਾਂ ਹਨ। ਮੈਂ ਉਹੀ ਕਹਿਣਾ ਜੋ ਹੁੰਦਾ। ਕਈ ਵਾਰੀ ਕੋਈ ਕੀਮਤੀ ਚੀਜ਼ ਦੇ ਜਾਂਦਾ, ਬਹੁਤ ਕੀਮਤੀ, ਅਸੀਂ ਉਹਨੂੰ ਵਰਤਦੇ ਨਹੀਂ, ਸਾਂਭ ਲੈਂਦੇ ਹਾਂ। ਸਾਂਭ ਲੈਂਦੇ ਹਾਂ, ਵਰਤਦੇ ਨਹੀਂ। ਇਵੇਂ ਹੀ ਬਾਣੀ ਨਾਲ ਹੋਇਆ ਵਾ, ਗੁਰੂ ਦੀ ਸਿੱਖਿਆ ਨਾਲ ਹੋਇਆ। ਉਹ ਸਾਂਭੀ ਤਾਂ ਗਈ ਆ, ਪਰ ਵਰਤੀ ਨਹੀਂ ਗਈ। ਦੇਖੋ ਕਾਰਨ ਕੀ ਆ ਉਹਦਾ? ਕਾਰਨ ਇਹੀ ਆ, ਔਕਾਤ ਤੋਂ ਮਹਿੰਗੀ ਮਿਲੀ ਹੋਈ ਚੀਜ਼ ਵਰਤੀ ਨਹੀਂ ਜਾਂਦੀ, ਸਾਂਭੀ ਜਾਂਦੀ ਹੈ। ਲਾਲ ਰਤਾ ਮਨ ਮਾਨਿਆ, ਗੁਰ ਪੂਰਾ ਪਾਇਆ, ਹਉ ਜੀਵਾਂ ਗੁਣ ਸਾਰ ਅੰਤਰ ਤੂੰ ਵਸੈ। ਤਾਂ ਹੀ ਫਿਰ ਸਾਡੇ ਪੂਰਵਜਾਂ ਨੇ, ਬਜ਼ੁਰਗਾਂ ਦੇ ਬਜ਼ੁਰਗਾਂ ਨੇ ਇਹਨੂੰ ਸਾਂਭਿਆ ਜ਼ਰੂਰ ਆ, ਪਰ ਵਰਤਿਆ ਨਹੀਂ, ਸਾਂਭਿਆ ਹੀ ਆ। ਕਿਸੇ ਚੀਜ਼ ਦੇ ਗੁਣ ਜਿਹੜੇ ਹੁੰਦੇ ਨਾ, ਕਈ ਦਫਾ ਉਹਨੂੰ ਕਰਨ 'ਚ ਹੁੰਦੇ, ਉਹਨੂੰ ਵਰਤਨ 'ਚ ਹੁੰਦੇ ਆ। ਗੁਰੂ ਮਹਾਰਾਜ ਕਹਿੰਦੇ ਨੇ, ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਹੈ। ਗੁਰੂ ਦੀ ਜਿਹੜੀ ਬਾਣੀ ਆ ਉਹ ਰੱਬ ਦਾ ਸਰੂਪ ਆ, ਸੱਚ ਦਾ ਸਰੂਪ ਆ, ਤੇ ਉਹੀ ਬਣਨਾ, ਉਹਨੂੰ ਵਰਤਣਾ ਹੈ, ਇਹਨੂੰ ਕੱਢਣਾ ਹੈ ਖਜ਼ਾਨੇ ਨੂੰ, ਵਰਤਣਾ ਹੈ। ਦੇਹੀ ਦੇ ਅੰਦਰ ਹੀ ਜੋ ਅੰਮ੍ਰਿਤ ਆ, ਉਹਨੂੰ ਵਰਤਣਾ, ਉਹਨੂੰ ਕੱਢਣਾ, ਉਹਨੂੰ ਪੀਣਾ, ਇਹਨੂੰ ਅਜਾਈ ਨਹੀਂ ਗਵਾਉਣਾ। ਹਉ ਜੀਵਾਂ ਗੁਣ ਸਾਰ ਅੰਤਰ ਤੂੰ ਵਸੈ ਮਨ ਮਾਹੇ, ਸਹਿਜੇ ਰਸ ਰਸੈ। ਪਰ ਇਹ ਹੁੰਦਾ ਕਦੋਂ ਆ? ਜਦੋਂ ਗੁਰੂ ਦੀ ਸਿੱਖਿਆ ਨੂੰ ਸੁਣਦੇ ਆ, ਕਮਾਉਂਦੇ ਆ, ਉਦੋਂ ਰਸ ਭਰ ਜਾਂਦਾ ਹੈ ਜ਼ੁਬਾਨ ਦੇ ਵਿੱਚ ਵੀ, ਅੰਦਰ ਵੀ। ਮੂਰਖ ਮਨ ਸਮਝਾਏ, ਆਖੋ ਕੇ ਧੜਾ। ਇਹ ਮੂਰਖ ਮਨ ਸਮਝਾਇਆ ਨਹੀਂ ਸਮਝਦਾ। ਕਿਵੇਂ? ਇਹਨੂੰ ਆਪਾਂ ਸਪਸ਼ਟ ਕਰਦੇ ਹਾਂ। ਕਿਸ ਪ੍ਰਕਾਰ? ਇੱਕ ਗਲਤੀ ਅੱਜ ਕੀਤੀ, ਪਛਤਾਇਆ, ਕੱਲ ਵੀ ਇਹਨੇ ਉਹ ਕਰਨੀ ਆ, ਪਰਸੋਂ ਵੀ ਇਹਨੇ ਉਹ ਕਰਨੀ ਆ, ਚੌਥੇ ਵੀ ਇਹਨੇ ਉਹ ਕੀਤੀ ਸੀ। ਕਹਿੰਦੇ ਜੇ ਬੰਦਾ ਇੱਕ ਗਲਤੀ ਇੱਕ ਵਾਰ ਕਰ ਲਵੇ ਤੇ ਉਹ ਤੋਂ ਸਿੱਖਿਆ ਲੈ ਲਵੇ, ਫਿਰ ਤਾਂ ਉਹ ਬੰਦੇ ਵਰਗਾ ਕੋਈ ਬੰਦਾ ਨਹੀਂ। ਇੱਕ ਗਲਤੀ ਵਾਰ-ਵਾਰ ਕੋਈ ਕਰ ਰਿਹਾ, ਉਹ ਪਸ਼ੂ ਤਾਲਾ, ਉਹਨੂੰ ਪਸ਼ੂ ਕਹਾਂਗੇ। ਮੂਰਖ ਮਨ ਸਮਝਾਏ, ਆਖੋ ਕੇਤੜਾ। ਮੂਰਖ ਮਨ ਨੂੰ ਕਿੰਨੀ ਵਾਰ ਸਮਝਾਉਂਦੇ ਆ, ਸਮਝਦਾ ਨਹੀਂ। ਇੱਕ ਗਲਤੀ ਵਾਰ-ਵਾਰ ਰਿਪੀਟ ਦੇ ਵਿੱਚ ਹੁੰਦੀ ਆ। ਗੁਰਮੁਖ ਹਰ ਗੁਣ ਗਾਏ, ਰੰਗ ਰੰਗੇਤੜਾ। ਗੁਰਮੁਖ ਜਿਹੜੇ ਹੁੰਦੇ ਨੇ ਉਹਦੇ ਗੁਣ ਗਾਉਂਦੇ ਨੇ, ਉਹਦੇ ਰੰਗਾਂ ਦੇ ਵਿੱਚ ਰੰਗੇ ਜਾਂਦੇ ਹਨ, ਮਨ ਨੂੰ ਸਮਝਾਉਂਦੇ ਨੇ ਕਿ ਇਹ ਤੇਰੀ ਅਸਲ ਜ਼ਿੰਦਗੀ ਆ। ਨਿਤ ਨਿਤ ਹਿਰਦੈ ਸਮਾਲ ਪ੍ਰੀਤਮ ਆਪਣਾ, ਜੇ ਚੱਲੇ ਗੁਣ ਨਾਲ ਨਾਹੀਂ ਦੁੱਖ ਸੰਤਾਪਣਾ। ਜੇ ਨਾਲ ਹੋਊਗਾ ਪਰਮਾਤਮਾ ਵਾਲਾ ਰੰਗ ਤੇ ਫਿਰ ਦੁੱਖ ਤੇ ਸੰਤਾਪ ਨਹੀਂ ਲੱਗਦੇ, ਉੱਤਰ ਜਾਂਦੇ ਨੇ। ਮਨਮੁਖ ਭਰਮ ਭੁਲਾਣਾ, ਨਾ ਤਿਸ ਰੰਗ ਹੈ, ਮਰਸੀ ਹੋਏ ਵਰਾਣਾ, ਮਨ ਤਨ ਭੰਗ ਹੈ। ਮਨਮੁਖ ਭਰਮਾਂ ਦੇ ਵਿੱਚ ਰਹਿੰਦੇ ਨੇ, ਨਾ ਉਹਨਾਂ ਕੋਲ ਰੰਗ ਹੁੰਦਾ, ਨਾ ਉਹਨਾਂ ਕੋਲ ਜੀਵਨ ਹੁੰਦਾ। ਉਹਨਾਂ ਦਾ ਤਨ ਵੀ ਤੇ ਉਹਨਾਂ ਦਾ ਮਨ ਵੀ ਭੰਗ ਹੋ ਜਾਂਦਾ। ਗੁਰ ਕੀ ਕਾਰ ਕਮਾਏ, ਲਾਹਾ ਕਰੇ ਆਣਿਆ। ਗੁਰ ਦੀਆਂ ਦਸੀਆਂ ਹੋਈਆਂ ਗੱਲਾਂ ਨੂੰ ਮੈਂ ਕਮਾਇਆ, ਜੀਵਨ ਚ ਲਿਆਂਦਾ। ਫਿਰ ਮੈਂ ਹਰ ਹਰ ਨਿਤ ਜਪਿਓ ਜੀਓ, ਲਾਹਾ ਖਟਿਓ ਦਿਹਾੜੀ। ਮੈਂ ਆਪਦੀ ਦਿਹਾੜੀ ਹੁੰਦੀ ਆ ਦਿਨ ਸਾਰਾ,
मैं सारे दिन विच लाहा खट्टिया गुरु दी कमाई करके। जिहड़ा खोटा बंदा हुंदा ना, खोटा बंदा ਉਹ ਕੀ ਕਰਦਾ ਹੈ, ਉਹ ਲਾਹਾ ਨਹੀਂ ਖੱਟਦਾ, ਉਹ ਆਪਦੇ ਮਨ ਨੂੰ ਵੀ ਭੰਗ ਕਰਦਾ, ਆਪਦੇ ਤਨ ਨੂੰ ਵੀ ਭੰਗ ਕਰਦਾ। ਗੁਰੂ ਸਾਹਿਬ ਜੀ, ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਕਹਿੰਦੇ ਨੇ, ਜੋ ਦੇਖੈ ਛਿਦਰ ਤੋਂ ਨਿੰਦਕ ਉਹ ਮਾਹੈ, ਭਲੋ ਦੇਖ ਦੁਖ ਭਰੀਐ। ਕਹਿੰਦੇ ਖੋਟੇ ਬੰਦੇ ਦੀ ਇੱਕ ਪਛਾਣ, ਸ਼ੇਖ ਸਾਦੀ ਜੀ ਵੀ ਕਹਿੰਦੇ ਨੇ ਇਹਨੂੰ ਆਪਦੀ ਗੁਲਿਸਤਾਂ ਪੁਸਤਕ ਦੇ ਵਿੱਚ। ਉਹਨਾਂ ਦੀਆਂ 2 ਪੁਸਤਕਾਂ ਹਨ, ਗੁਲਿਸਤਾਂ ਤੇ ਬੋਸਤਾਂ, ਬੜੀਆਂ ਮਸ਼ਹੂਰ ਨੇ, ਬੜੀਆਂ ਹੀ ਚੰਗੀਆਂ ਗੱਲਾਂ ਉਹਦੇ ਵਿੱਚ ਲਿਖੀਆਂ ਹੋਈਆਂ ਨੇ। ਕਹਿੰਦੇ ਸਭ ਤੋਂ ਅਭਾਗਾ ਬੰਦਾ, ਖੋਟਾ ਬੰਦਾ ਉਹ ਆ ਜਿਹਦੀ ਖੁਸ਼ੀ ਦੂਜਿਆਂ ਦੇ ਦੁੱਖ ਤੇ ਟਿਕੀ ਹੋਈ ਆ, ਗਮੀ ਤੇ ਟਿਕੀ ਹੋਈ ਆ। ਜਿਹੜਾ ਉਦੋਂ ਖੁਸ਼ ਹੁੰਦਾ ਜਦੋਂ ਕੋਈ ਦੁਖੀ ਹੁੰਦਾ। ਸਭ ਤੋਂ ਬਦਕਿਸਮਤ ਬੰਦਾ, ਸਭ ਤੋਂ ਅਭਾਗਾ ਬੰਦਾ ਉਹੀ ਜਾਣੂ। ਗੁਰੂ ਮਹਾਰਾਜ ਕਹਿੰਦੇ, ਜੋ ਦੇਖੈ ਛਿਦਰ ਤੋਂ ਨਿੰਦਕ ਉਹ ਮਾਹੈ, ਭਲੋ ਦੇਖ ਦੁਖ ਭਰੀਐ। ਕਹਿੰਦੇ ਜਿਹੜਾ ਨਿੰਦਕ ਬੰਦਾ ਹੁੰਦਾ ਨਾ, ਉਹ ਕਦੋਂ ਉਹ ਮਾਹੈ ਹੁੰਦਾ ਖੁਸ਼ ਹੋਣਾ। ਕਦੋਂ ਖੁਸ਼ ਹੁੰਦਾ? ਜਦੋਂ ਕਿਸੇ ਦੇ ਨੁਕਸ ਦਿੰਦਾ। ਜੋ ਦੇਖੈ ਛਿਦਰ ਤੋਂ ਨਿੰਦਕ ਉਹ ਮਾਹੈ, ਭਲੋ ਦੇਖ ਦੁਖ ਭਰੀਐ। ਤੇ ਉਦੋਂ ਦੁਖੀ ਹੋ ਜਾਂਦਾ ਜਦੋਂ ਕਿਸੇ ਦੀ ਵਡਿਆਈ ਸੁਣਦਾ, ਉਹਦੀ ਸੋਭਾ ਸੁਣਦਾ। ਜੋ ਦੇਖੈ ਛਿਦਰ ਤੋਂ ਨਿੰਦਕ ਉਹ ਮਾਹੈ, ਭਲੋ ਦੇਖ ਦੁਖ ਭਰੀਐ। ਦੁੱਖ ਦੇ ਨਾਲ ਭਰ ਜਾਂਦਾ। ਖੋਟੇ ਬੰਦੇ ਦੀ ਇਹ ਨਿਸ਼ਾਨੀਆਂ, 8 ਪਹਿਰ ਚਿਤਵੈ ਨਹੀਂ ਪਹੁੰਚੈ, ਬੁਰਾ ਚਿਤਵਤ ਮਰੀਐ। 8 ਪਹਿਰ ਦਿਨ ਦੇ, ਰਾਤ ਦੇ ਪਹਿਰ ਸਾਰੇ ਮਿਲਾ ਕੇ ਕੀ ਕਰਦਾ ਹੈ ਕਿ ਚਿਤਵੈ ਨਹੀਂ ਪਹੁੰਚੈ, ਬੁਰਾ ਚਿਤਵਦਾ, ਪਰ ਬੁਰਾ ਕਰ ਨਹੀਂ ਪਾਉਂਦਾ, ਤਾਂ ਹੀ ਕਰਕੇ ਬੁਰਾ ਚਿਤਵਤ ਮਰੀਐ। ਬੁਰਾ ਚਿਤਵਦਾ ਉਹ ਮਰ ਜਾਂਦਾ, ਮੌਤ ਆ ਜਾਂਦੀ ਹੈ, ਉਹਦਾ ਜੀਵਨ ਜਿਹੜਾ ਅਜਾਈਂ ਚਲਿਆ ਜਾਂਦਾ। ਤਾਂ ਖੋਟੇ ਬੰਦੇ ਦੀ ਪਛਾਣ ਕੀ ਹੁੰਦੀ ਆ? ਜਿਹਦੀਆਂ ਖੁਸ਼ੀਆਂ ਦੂਜਿਆਂ ਦੇ ਰੋਣਿਆਂ ਤੇ ਟਿਕੀਆਂ ਨੇ, ਜਿਹਦੇ ਹਾਸੇ ਟਿਕੇ ਨੇ ਵੀ ਕਿਸੇ ਦੀ ਪੱਗ ਲਹੇ ਤੇ ਮੈਂ ਹੱਸਾਂ, ਕਿਸੇ ਦੀ ਇੱਜ਼ਤ ਰੁਲੇ ਤੇ ਮੈਂ ਹੱਸਾਂ, ਮੈਂ ਖੇਡਾਂ, ਖੁਸ਼ੀ ਮਨਾਵਾਂ, ਤਾੜੀ ਵਜਾਵਾਂ। ਇਹੋ ਜਿਹੇ ਬੰਦੇ ਨੂੰ ਬਾਣੀ ਖੋਟਾ ਕਹਿੰਦੀ ਆ। ਖੋਟੇ ਬੰਦੇ, ਖਰੇ ਬੰਦੇ ਉਹ ਹੁੰਦੇ ਨੇ ਜਿਹੜੇ ਕਿਸੇ ਦੀ ਖੁਸ਼ੀ 'ਚ ਖੁਸ਼ ਹੁੰਦੇ ਨੇ, ਕਿਸੇ ਦੇ ਦੁੱਖ 'ਚ ਦੁਖੀ ਹੁੰਦੇ ਨੇ, ਉਹ ਖਰੇ ਬੰਦੇ ਹੁੰਦੇ ਨੇ। ਤੇ ਖੋਟਿਓਂ ਖਰੇ ਕੌਣ ਕਰਦਾ? ਸਤਿਗੁਰ ਖੋਟਿਓਂ ਖਰੇ ਕਰੇ, ਸ਼ਬਦ ਸਵਾਰਨ ਹਾਰ। ਸਤਿਗੁਰ ਖੋਟਿਓਂ ਖਰੇ ਕਰੇ, ਸ਼ਬਦ ਸਵਾਰਨ ਹਾਰ। ਗੁਰੂ ਮਹਾਰਾਜ ਖੋਟਿਆਂ ਤੋਂ ਖਰੇ ਬਣਾ ਦਿੰਦੇ ਨੇ। ਅਸੀਂ ਸਾਰੇ ਇੱਕ ਖੋਟੇ ਹਾਂ, ਕਿਉਂਕਿ ਸਾਡੀ ਖੁਸ਼ੀ ਜਿਹੜੀ ਆ ਉਹ ਟਿਕੀ ਹੋਈ ਆ ਦੂਜਿਆਂ ਦੇ ਦੁੱਖਾਂ ਤੇ। ਸਾਡੇ ਹਾਸੇ ਟਿਕੇ ਨੇ ਹਜੇ ਦੂਜਿਆਂ ਦੇ ਰੋਣਿਆਂ ਤੇ। ਅਸੀਂ ਕਿਸੇ ਦੀ ਚੜ੍ਹਦੀ ਕਲਾ ਬਰਦਾਸ਼ਤ ਨਹੀਂ ਕਰ ਪਾਉਂਦੇ। ਬੰਦੇ ਦਾ ਸੁਭਾਅ ਹੈ। ਤਾਂ ਹੀ ਬਾਣੀ ਨੇ ਕਿਹਾ, ਜੋ ਵੀ ਲਿਖਿਆ ਉਹ ਸੱਚ ਆ। ਜਿਉਂ ਦੇਖੈ ਛਿਦਰ ਤੋਂ ਨਿੰਦਕ ਉਹ ਮਾਹੈ, ਭਲੋ ਦੇਖ ਦੁਖ ਭਰੀਐ। 8 ਪਹਿਰ ਚਿਤਵੈ ਨਹੀਂ ਪਹੁੰਚੈ, ਬੁਰਾ ਚਿਤਵਤ ਮਰੀਐ। ਮਨ ਤਨ ਭੰਗ, ਅੰਗ ਅੰਗ ਭੰਗ, ਅੰਗ ਭੰਗ ਹੋ ਜਾਂਦਾ ਬੰਦੇ ਦਾ। ਇਸ ਕਰਕੇ ਕਹਿੰਦੇ ਅਰਦਾਸ ਹੀ ਕਰ ਸਕਦੇ, ਹੋਰ ਤਾਂ ਕੁਝ ਨਹੀਂ ਕਰ ਸਕਦੇ, ਹੁਕਮ ਨਹੀਂ ਨਾ ਕਰ ਸਕਦੇ। ਇੱਕ ਨਾਨਕ ਕੀ ਅਰਦਾਸ ਜੇ ਤੁਧ ਭਾਵ ਸੀ। ਗੁਰੂ ਨਾਨਕ ਜੀ ਦੇ ਅੱਗੇ ਅਰਦਾਸ ਹੀ ਆ, ਜੇ ਉਹਨੂੰ ਭਾਜੇ ਉਹ ਵੀ ਭਾ ਜਾਵੇ, ਕਬੂਲ ਹੋ ਜਾਏ। ਕਿਉਂਕਿ ਖੁਦਾ ਮਨਜ਼ੂਰ ਕਰਤਾ ਹੈ, ਦੁਆ ਜਬ ਦਿਲ ਸੇ ਹੋਤੀ ਹੈ, ਪਰ ਜਹੀ ਮੁਸ਼ਕਿਲ ਹੈ, ਬੜੀ ਮੁਸ਼ਕਿਲ ਸੇ ਹੋਤੀ ਹੈ। ਰੱਬ ਕਹਿੰਦੇ ਕਬੂਲ ਕਰਦਾ ਉਹੀ ਅਰਦਾਸ, ਹਰ ਨਹੀਂ, ਜਿਹੜੀ ਦਿਲੋਂ ਹੁੰਦੀ ਹੈ, ਦਿਲੋਂ ਹੁੰਦੀ ਹੈ, ਦਿਲ ਦੀਆਂ ਗਹਿਰਾਈਆਂ ਤੋਂ ਹੁੰਦੀ ਹੈ, ਉਹੀ ਕਬੂਲ ਹੁੰਦੀ ਆ। ਪਰ ਨਹੀਂ ਤਾਕਤੇ ਪਰਵਾਜ਼ ਮਗਰ रखती है, दिल से जो बात निकलती है वो असर रखती है। दिल तो होवे ना किते अरदास, वो पूरी हुंदी है। इस करके मैं दीजै नाम निवास हर गुण गावसी। अरदास की कीती आ, मैनू नाम देवो, मैनू सिक्ख्या देवो अपनी,
मैं तेरे गुण गाउंदा रहा। गुण गावां दिन रात, नानक चाहे दिने भी रात नूं भी तेरे गुण गाउंदा गाउंदा ही मर जावां। फिर कोई गम नहीं तुझे सुन लूं तो मिल जाता है सुकून मेरे दिल को। मेरे गमों का इलाज कितना सुरीला है। एक शायर कहता भी गुरु मैं तेनू सुन ला जदों तो मिल जाता है सुकून मेरे दिल को। मेरे सुकून नूं दिल मेरा बहुत सुकून भरिया दिन हो जाता जदों तेनू सुन लैंदा हाँ। सुन सुन जीवां तेरी बाणी, सुन सुन जीवां तेरी बाणी। इस करके गुरु नूं सुन सुन के मैनू एक जिंदगी मिलती आ सुकून भरी। वैसे साह मेरे चलते ने, वैसे तो पशुओं के भी चलते ने साह, चोरां के भी चलते आ, बलात्कारियां ठग्गां दे धोखेबाजां दे रिश्वतखोरियां दे साह भी चल रहे आ, पर जिंदगी नहीं उन्हां कोले, सुकून वाली जिंदगी नहीं। क्योंकि हर एक कीती हुई गलती, हर एक कीता होया गुनाह मन का बोझ हुंदा, बोझ बन जाता। इस करके ना गुरु महाराज कहते हैं कि सानू मानस जन्म दुलंभ गुरमुख पाया, मन तन होए चुलंभ जे सतगुर पाया। ये मनुखा जन्म किरपा दे नाल मिलिया। पहली गल ये होगी। दूजी गल ये होगी कि गुरमुखां नूं इहदी समझ आ भी यह कीमती आ। आम बंदे नूं इहदी समझ नहीं, गुरमुखां नूं समझ आ। मन तन होए चुलंभ जे सतगुर पाया। जिन्हों जिस चीज़ की कदर का पता लग जाता उहनूं फिर सांभ सांभ रखदा, उहनूं सोहणे तरीके नाल वरतदा। कहंदे ना भी जदों पिता हुंदा, पिता आपदे पुत्तर नूं 15 साल का जदों हुंदा समझाउंदा। एक विद्वान ने लिखिया बड़ा सोहना है, कहंदा उहनूं इउं लगदा मेरा प्यो आ, पिता जिहड़ा अगियानी आ। कहंदे पहली तां पिता दी जिहड़ी शख्सियत आ ना इहो जी हुंदी आ, आपदे बच्चियां दे नसीब दे जिहड़े शेक हुंदे ने, जिहड़ा अपनी बनैण च पा लैंदा, उन्हां दे शौक दी खातर बच्चियां दे अपने शौक दब लैंदा, उहनूं पिता जी कहंदे ने। अपने बच्चियां दे नसीबां दे शेक जिहड़े ने अपनी बनैण च पा लैंदा, उपर दी कमीज पा लैंदा, दिखाउंदा नहीं किसी नूं दर्द। माँ का हजे प्यार दिखदा हुंदा, पर पिता का प्यार छुपिया होया हुंदा बहुता बच्चिआं नाल। इस करके उहनूं ही पिता जी कहंदे ने। तां पिता जदों आपदे बच्चिआं नूं कहंदा ना 15 कुछ साल दे नूं भी इह काम पुੱਤ इउं हुंदा, उहनूं पता की लगदा। विद्वान कहंदे उहनूं लगदा 15 सालां दी नूं भी इहनूं की पता, पिता नूं मेरे नूं कुछ पता नहीं। जदों आप 25 सालां दा हो जाता लड़का पुत्तर, उदों आप मैच्योरिटी आ जाती उस ते वो कहंदा भी वाकई जो पिता ने 10 साल पहलां गल्लां कहीआं सी वो सही सी। उहनूं लगदा भी 10 सालां च मेरे पिता जी ने पता नहीं कुछ सिख लिया, उहनूं वहम हो जाता, जद कि वो पहलां ही उन्हां दा तजर्बा हुंदा। इस करके गुरु महाराज कहंदे ने ये चीज़ की कीमत जिहड़ी आ ना उदों बंदा नहीं समझदा, गुरु समझावे नहीं समझदा। गुरु ने औरंगजेब नूं समझाया, गुरु महाराज ने चंदू नूं समझाया, नहीं समझे ना। ऐसे बंदे जिहड़े हुंदे ने समझाए नहीं समझदे, मनाया नहीं मनदे। कदों हुंदा जदों आप नूं तजर्बा हुंदा, जदों आप दे सੱਟ वजदी उन्हां दे, आप दे तजर्बे तो कहंदे ने हाँ गुरु सही सी। बंदे बहुत वारी इदां दे देखे गए ने, गुरु महाराज ने आख्या भी शराब नहीं पीनी, जुआ नहीं खेडना, वो खेडणगे। नाले उत्ते लिखिया भी हुंदा इहनूं पीना हानिकारक आ। जदों पीणगे उन्हां दी सेहत खराब हो जूगी, उदों मन्नणगे भी हाँ यह चीज़ सही सी, गुरु सही सी। मैं दरअसल ये कहना चाह रहा भी गुरु नूं सुनना भी सौखा, गुरु नूं पढ़ना भी हजे सौखा, गुरु नूं कमाउणा औखा है। ते असल बंदगी गुरु नूं कमाउणा है, गुरु दे बचनां नूं कमाउणा। असल चीज़ बाणी पढ़ना नहीं, बाणी सुनना नहीं, असल चीज़ बाणी वर्गे बनना है। देखो ये चीज़ आ पूरी। सतगुरु की बाणी सत स्वरूप है, गुरबाणी बनी है। बंदा समझाया नहीं समझदा। एक कहानी आ महापुरुषां ने लिखी आ, सिकंदर बादशाह का नाम तुसीं सारिਆਂ ने सुनिया होवेगा। उहनूं सिकंदर महान भी कहंदे ने कई,
ਵਿਦਵਾਨ। ਸਿਕੰਦਰ ਨੂੰ ਕਿਸੇ ਨੇ ਨਾ ਦਾ ਦੱਸ ਪਾਈ, ਕਹਿੰਦੇ ਸਿਕੰਦਰ ਜਿਹੜੇ ਰਾਹ ਤੂੰ ਜਾ ਰਿਹਾ ਨਾ, ਉੱਥੇ ਰਾਹ 'ਚ ਇੱਕ ਫਕੀਰ ਆ, ਉਹਦਾ ਨਾਂ ਹੈ ਡਾਇਓਜਨੀਜ਼, ਉਹਦਾ ਨਾਮ ਆ, ਤੇ ਉਹਨੂੰ ਮਿਲ ਕੇ ਜਾਈਂ। ਉਹਦੇ ਨਾਮ ਵਾਲਾ ਰੰਗ, ਉਹਦੀ ਫਕੀਰੀ, ਉਹਦੀਆਂ ਅੱਖਾਂ 'ਚ ਤੈਨੂੰ ਅਜਬ ਚੀਜ਼ ਮਿਲੇਗੀ। ਕਹਿੰਦਾ ਕੋਈ ਗੱਲ ਨਹੀਂ, ਮਿਲਾਂਗੇ। ਐਡਰੈਸ ਦੇ ਦਿੱਤਾ ਕਿਸੇ ਨੇ। ਡਾਇਓਜਨੀਜ਼ ਸੀ, ਫਕੀਰ ਸੀ, ਤੇ ਇੰਨਾ ਬੇਪਰਵਾਹ ਸੀ। ਲਾਪਰਵਾਹ ਹੋਣਾ ਮਤਲਬ ਹੋਰ ਗੱਲ ਹੁੰਦੀ ਆ, ਬੇਪਰਵਾਹ ਹੋਣਾ ਹੋਰ ਗੱਲ ਹੁੰਦੀ ਆ। ਇਹ ਡਰਦਾ ਨਹੀਂ ਸੀ ਕਿਸੇ ਤੋਂ ਤੇ ਡਰਾਉਂਦਾ ਵੀ ਨਹੀਂ ਸੀ। ਬਹੁਤ ਗਰੀਬ ਸੀ, ਫਕੀਰ ਸੀ ਬਿਲਕੁਲ। ਇੱਕ ਕੁੱਤਾ ਸੀ ਇਹਦੇ ਕੋਲ ਰੱਖਿਆ ਹੋਇਆ, ਤੇ ਦਰਵੇਸ਼ ਜਿਹਨੂੰ ਕਹਿੰਦੇ ਨੇ ਲੋਕ, ਉਹ ਬਸ ਕੋਲੇ ਹੁੰਦਾ ਸੀ ਇਹਦੇ, ਜ਼ਿਆਦਾ ਨਹੀਂ ਸੀ ਇਹਦੀ ਜ਼ਿੰਦਗੀ। ਇਹ ਲਸ਼ਕਰ ਲੈ ਕੇ ਆਇਆ, ਘੋੜਿਆਂ ਦੀ ਦੌੜ ਬੜੀ ਦੜਾ ਦੜਾ ਕੇ ਲੰਘਿਆ, ਤੇ ਡਾਇਓਜਨੀਜ਼ ਨਾ ਰੇਤਾ ਤੇ ਪਿਆ ਸੀ, ਜ਼ਮੀਨ ਤੇ। ਸਰਦੀ ਦਾ ਮੌਸਮ ਸੀ, ਧੁੱਪ ਸੇਕ ਰਿਹਾ ਸੀ, ਸੂਰਜ ਚੜਿਆ ਹੋਇਆ ਸੀ। ਜਿਵੇਂ ਆਪਾਂ ਧੁੱਪੇ ਬਹਿ ਜਾਂਦੇ ਹਾਂ ਸਰਦੀ ਦੇ ਮੌਸਮ 'ਚ, ਠੰਡ 'ਚ, ਇੱਦਾਂ ਬੈਠਾ ਸੀ। ਇਹ ਨਾ ਸਿਕੰਦਰ ਆ ਕੇ ਖੜ ਗਿਆ ਉੱਪਰ। ਇਹਨੇ ਜਦੋਂ ਖੜ ਗਿਆ, ਉਹ ਲੇਟਿਆ ਹੋਇਆ ਸੀ, ਤੇ ਉਹਦੀ ਜਿਹੜੀ ਧੁੱਪ ਪੈ ਰਹੀ ਸੀ ਉਹਦੇ ਚਿਹਰੇ ਤੇ ਉਹ ਰੁਕ ਗਈ। ਸਿਕੰਦਰ ਉਹਨੂੰ ਕਹਿਣ ਲੱਗਾ, ਫਕੀਰ ਜੀ, ਜਦੋਂ ਵੇਖਿਆ ਵੀ ਵਾਕਈ ਇਹ ਫਕੀਰ ਆ, ਕਿਉਂਕਿ ਇਹਦਾ ਚਿਹਰਾ, ਇਹਦਾ ਰੰਗ ਲਾਲ ਰੰਗ, ਮਹਾਰਾਜ ਨੇ ਆਖਿਆ ਮਨ ਤਨ ਹੋਏ ਚੁਲੰਬ। ਉਹ ਬੰਦੇ ਦਾ ਮਨ ਤੇ ਤਨ ਚੁਲੰਬ ਹੁੰਦਾ, ਲਾਲ ਰੰਗ ਵਿੱਚ ਰੰਗਿਆ ਜਾਣਾ, ਰੰਗਿਆ ਜਾਂਦਾ ਜੇ ਸਤਿਗੁਰ ਪਾਇਆ। ਉਹ ਸਤਿਗੁਰ ਨੂੰ ਜੇ ਕਬੂਲ ਹੋ ਜੇ, ਰੱਬ ਨੂੰ। ਇੱਦਾਂ ਹੀ ਇਹਦਾ ਜੀਵਨ ਸੀ। ਇਹ ਕਹਿੰਦਾ ਮੈਂ ਅਲੈਗਜ਼ੈਂਡ ਹਾਂ, ਸਿਕੰਦਰ ਹਾਂ ਮੈਂ। ਉੱਚੀ ਉੱਚੀ ਹੱਸ ਪਿਆ। ਡਾਇਓਜਨੀਜ਼ ਉੱਚੀ ਉੱਚੀ ਹੱਸਿਆ। ਆਪਦੇ ਕੁੱਤੇ ਨੂੰ ਉਹਨੇ ਆਵਾਜ਼ ਮਾਰੀ, ਕਹਿੰਦਾ ਇੱਧਰ ਆ। ਪਹਿਲਾ ਬੰਦਾ ਵੇਖਿਆ ਜਿਹੜਾ ਆਪਦੇ ਮੂੰਹੋਂ ਆਪਦੀ ਸਿਫਤ ਕਰਦਾ। ਪਹਿਲੀ ਗੱਲ ਇਵੇਂ ਆਖੀ, ਕਹਿੰਦਾ ਮੈਂ ਪਹਿਲਾ ਬੰਦਾ ਦੇਖਿਆ। ਹੋਵੇਗਾ ਸਿਕੰਦਰ, ਆਪਦੇ ਮੂੰਹੋਂ ਕਹਿ ਰਿਹਾ। ਅਲੈਗਜ਼ੈਂਡ ਹਾਂ ਮੈਂ, ਕਹਿੰਦਾ ਸਿਕੰਦਰ ਮਹਾਨ ਹਾਂ ਮੈਂ, ਦੁਨੀਆ ਨੂੰ ਫਤਿਹ ਕਰਨ ਦਾ ਸੁਪਨਾ ਰੱਖਣ ਵਾਲਾ ਬੰਦਾ, ਜ਼ਮਾਨਾ ਜਿੱਤਣ ਵਾਲਾ ਬੰਦਾ, ਸਿਕੰਦਰ ਹਾਂ ਮੈਂ। ਹੱਸਿਆ। ਜਦੋਂ ਕੁੱਤੇ ਨੂੰ ਆਖਿਆ ਨਾ ਉਹਨੇ ਵੀ ਇਹ ਬੰਦਾ ਆਪਦੇ ਮੂੰਹ ਹੀ ਸਿਫਤ ਕਰ ਰਿਹਾ, ਦੇਖ ਕੁੱਤੇ ਵੀ ਐਵੇਂ ਨਹੀਂ ਕਰਦੇ, ਕਹਿੰਦਾ ਤੁਸੀਂ ਵੀ, ਕਹਿੰਦਾ ਐਵੇਂ ਨਹੀਂ ਕਰਦੇ, ਸਿਕੰਦਰ ਇੱਦਾਂ ਕਰ ਰਿਹਾ। ਤੈਨੂੰ ਗੁੱਸਾ ਬੜਾ ਆਇਆ, ਕ੍ਰੋਧ ਬੜਾ ਆਇਆ। ਹੌਲੀ ਹੌਲੀ ਆਪਦਾ ਹੱਥ ਆਪਦੀ ਤਲਵਾਰ ਤੇ ਲੈ ਗਿਆ। ਸੋਚਦਾ ਸੀ ਇਹਦਾ ਗਲਾ ਕੱਟ ਦਿਆਂ। ਕਿਹਾ ਜਾਂਦਾ ਵੀ ਜਿਹੜੇ ਇੱਦਾਂ ਦੇ ਬੰਦੇ ਹੁੰਦੇ ਨੇ ਉਹਨਾਂ ਨੂੰ ਗੁੱਸਾ ਬਹੁਤ ਛੇਤੀ ਆ ਜਾਂਦਾ। ਤੇ ਜਦੋਂ ਇੱਦਾਂ ਉਹਨੇ ਸੋਚਿਆ ਹੀ ਆ, ਫਕੀਰ ਜਾਣ ਗਿਆ ਵੀ ਇੱਦਾਂ ਕਰਨਾ ਚਾਹੁੰਦਾ। ਆਖਿਆ ਜਿਹੜੇ ਅੰਦਰੋਂ ਤਾਕਤਵਰ ਬੰਦੇ ਹੁੰਦੇ ਨੇ ਕਦਾ ਚਿੱਤ ਵੀ ਐਵੇਂ ਨਹੀਂ ਕਰਦੇ। ਤੇ ਮੈਨੂੰ ਕਹਿੰਦੇ ਮੌਤ ਦਾ ਕੋਈ ਡਰ ਨਹੀਂ, ਮੌਤ ਦਾ ਡਰ ਉਹਨਾਂ ਨੂੰ ਦੇਵੀਂ ਜਿਹੜੇ ਡਰਦੇ ਨੇ। ਤੇ ਮੈਂ ਤੈਨੂੰ ਬਸ ਇਹੀ ਪੁੱਛਣਾ ਚਾਹੁੰਦਾ, ਤੇ ਤੂੰ ਜਾ ਕਿੱਧਰ ਨੂੰ ਰਿਹਾ, ਤੇ ਮੇਰੇ ਕੋਲ ਇੱਥੇ ਕੀ ਕਰਨ ਆਇਆ ਹਾਂ? ਕਹਿਣ ਲੱਗਾ ਮੈਂ ਜ਼ਮਾਨਾ ਜਿੱਤਣ ਚੱਲਿਆ। ਗੱਲ ਆਪਾਂ ਕਰ ਰਹੇ ਹਾਂ ਵੀ ਬੰਦਾ ਸਮਝਾਇਆ ਨਹੀਂ ਸਮਝਦਾ ਹੁੰਦਾ, ਚਾਹੇ ਫਕੀਰ ਹੋਵੇ ਚਾਹੇ ਗੁਰੂ ਹੋਵੇ, ਜਦੋਂ ਮਾੜਾ ਸਮਾਂ ਹੋਵੇ ਬੰਦੇ ਦਾ। ਕਹਿੰਦਾ ਕਿ ਮੈਂ ਜਾ ਰਿਹਾ ਜ਼ਮਾਨਾ ਜਿੱਤਣ। ਪਹਿਲਾਂ ਕੀ ਜਿੱਤੇਗਾ? ਪਹਿਲਾਂ ਭਾਰਤ ਜਿੱਤੂਗਾ, ਫਿਰ ਚੀਨ ਜਿੱਤੂਗਾ, ਫਿਰ ਫਕੀਰ ਹਰ ਚੀਜ਼ ਪਿੱਛੇ ਫੇਰ ਕੀ ਕਰੇਗਾ ਕਹਿ ਦਿੰਦਾ ਸੀ। ਅਖੀਰਲਾ ਸਵਾਲ ਕਹਿੰਦਾ ਤੂੰ ਬਸ ਦੱਸ ਦੇ ਫੇਰ ਕੀ ਕਰੇਗਾ? ਉਹ ਕਹਿੰਦਾ ਮੈਂ ਆਰਾਮ ਕਰੂੰਗਾ, ਫਿਰ ਮੈਂ ਆਰਾਮ ਕਰੂੰਗਾ ਦੁਨੀਆ ਜਿੱਤ ਕੇ। ਜਦੋਂ ਉਹਨੇ ਪੁੱਛਿਆ ਭਾਰਤ ਜਿੱਤ ਲਿਆ, ਚੀਨ ਜਿੱਤ ਲਿਆ, ਸਾਰੇ ਇਲਾਕੇ ਜਿੱਤ ਲਏ, ਫਿਰ ਕੀ ਕਰੂੰਗਾ? ਉਹ ਕਹਿੰਦਾ ਮੈਂ ਆਰਾਮ ਕਰੂੰਗਾ। ਫਿਰ ਹੱਸਿਆ ਡਾਇਓਜਨੀਜ਼। ਉਹਨੇ ਆਪਦੇ ਕੁੱਤੇ ਨੂੰ ਫਿਰ ਆਵਾਜ਼ ਮਾਰੀ, ਕਹਿੰਦਾ ਆਹ ਦੇਖ ਇਹ ਬੰਦਾ ਇਹੋ ਜਿਹਾ ਹੈ, ਕਿੰਨਾ ਅਭਾਗਾ ਬੰਦਾ ਹੈ। ਸਾਰੀ ਦੁਨੀਆ ਨੂੰ ਉਹਨਾਂ ਦਾ ਚੈਨ ਖੋਹ ਕੇ ਆਰਾਮ ਕਰਨਾ ਚਾਹੁੰਦਾ, ਤੇ ਇਹਨੂੰ ਲੱਗਦਾ ਵੀ ਦੁਨੀਆ ਇਹਦੇ ਆਰਾਮ ਕਰਨ 'ਚ ਵਿਘਨ ਪਾ ਰਹੀ ਆ, ਵੀ ਹੁਣੇ ਵੀ ਆਰਾਮ ਕਰ ਸਕਦਾ ਇਹ। ਇੰਨਿਆਂ ਨੂੰ ਮਾਰੇਗਾ, ਲੁੱਟੇਗਾ, ਫਿਰ ਆਰਾਮ ਕਰੇਗਾ। ਦੇਖ ਮੈਂ ਇੱਥੇ ਰੇਤਾ ਤੇ ਲੇਟਿਆ ਹੋਇਆ, ਆ ਜਾ, ਖੁੱਲੇ ਆ ਮੇਰੇ ਦਰਵਾਜ਼ੇ, ਮੇਰੀ ਝੌਂਪੜੀ ਦੇ ਕੁੱਲੀ ਦੇ। ਆ ਸਿਕੰਦਰ ਤੂੰ ਇੱਥੇ ਹੀ ਆ, ਇੱਥੇ ਹੀ ਆਰਾਮ ਕਰ ਲਾ, ਤੂੰ ਮੇਰੇ ਕੋਲ ਆ ਜਾ। ਇੰਨਾ ਕੁਝ ਕਰਕੇ ਕਰੇਗਾ ਆਰਾਮ? ਕਾਹਦਾ ਆਰਾਮ? ਕੀ ਪਤਾ ਸਮਾਂ ਹੋਵੇ ਜਾਂ ਨਾ ਹੋਵੇ ਆਰਾਮ ਕਰਨ ਦਾ, ਹੁਣੇ ਹੀ ਆ ਜਾ। ਕਹਿੰਦਾ ਨਹੀਂ, ਹੁਣ ਤਾਂ ਮੈਂ ਯਾਤਰਾ ਸ਼ੁਰੂ ਕਰਤੀ ਆ। ਸਿਕੰਦਰ ਕਹਿਣ ਲੱਗਾ ਵੀ ਯਾਤਰਾ ਜਿਹੜੀ ਹੁਣ ਮੈਂ ਸ਼ੁਰੂ ਕਰ ਬੈਠਾ, ਇੰਨਾ ਲਸ਼ਕਰ ਲੈ ਕੇ ਅੱਧ 'ਚ ਆ ਗਿਆ, ਪਿੱਛੇ ਨਹੀਂ ਮੈਂ ਮੁੜਦਾ, ਪਰ ਹਾਂ
ਮੈਂ ਆਉਂਦਾ ਹੋਇਆ ਜ਼ਰੂਰ ਤੇਰੇ ਕੋਲ ਆਊਂਗਾ। ਉਹ ਕਹਿੰਦਾ ਜ਼ਿੰਦਗੀ ਆ ਇਹ, ਇਹਦੇ ਇੱਕ ਪਲ ਦਾ ਪਤਾ ਨਹੀਂ। ਆਪਾਂ ਲੰਮੇ ਲੰਮੇ ਵਾਅਦੇ ਕਰ ਬਹਿੰਦੇ ਹਾਂ, ਕੀ ਪਤਾ ਹੈ ਜ਼ਿੰਦਗੀ ਦਾ ਭਰੋਸਾ ਨਹੀਂ। ਆਖਿਆ ਸੀ ਫਕੀਰ ਮੈਂ ਫਿਰ ਤੈਨੂੰ ਕੀ ਦੇ ਜਾਂ, ਮੇਰੇ ਕੋਲ ਬਹੁਤ ਸੋਨਾ ਹੈ, ਦੱਸ ਤੈਨੂੰ ਕੀ ਚਾਹੀਦਾ। ਉਹ ਕਹਿੰਦਾ ਕੁਝ ਨਹੀਂ ਚਾਹੀਦਾ, ਬਸ ਤੂੰ ਪਾਸੇ ਹੀ ਹੋ ਜਾ। ਉਹ ਜਿਹੜੀ ਧੁੱਪ ਰੋਕ ਰਿਹਾ ਨਾ ਤੂੰ, ਮੈਂ ਸੇਕ ਰਿਹਾ, ਉਹ ਰੁਕਾਵਟ ਬਣ ਰਿਹਾ ਤੂੰ, ਬਸ ਪਾਸੇ ਹੋ ਜਾ, ਮੈਨੂੰ ਰੱਬ ਵਾਲੀ ਧੁੱਪ ਲੈਣ ਦੇ, ਤੈਥੋਂ ਨਹੀਂ ਕੁਝ ਚਾਹੀਦਾ। ਦਰਅਸਲ ਗੱਲ ਇਹ ਆ ਕਿ ਬੰਦਾ ਜਿਹੜਾ ਹੁੰਦਾ, ਜਦੋਂ ਪਿਤਾ ਸਮਝਾਉਂਦਾ, ਮਾਂ ਪਿਓ ਸਮਝਾਉਂਦੇ ਨੇ, ਬੱਚਾ ਨਹੀਂ ਮੰਨਦਾ। ਜਦੋਂ ਉਹਦੇ ਨਾਲ ਉਹ ਚੀਜ਼ ਉਵੇਂ ਹੁੰਦੀ ਆ, ਉਦੋਂ ਉਹਨੂੰ ਪਤਾ ਲੱਗਦਾ ਵੀ ਉਹ ਚੀਜ਼ ਸਹੀ ਸੀ। ਇੱਦਾਂ ਹੀ ਗੁਰੂ ਸਾਡੇ ਮਾਤਾ ਪਿਤਾ ਹਨ। ਗੁਰੂ ਮਹਾਰਾਜ ਦੀ ਬਾਣੀ 'ਚ ਕਦਰਾਂ ਕੀਮਤਾਂ ਬਾਰੇ, ਨੈਤਿਕਤਾ, ਜਿਹੜੀਆਂ ਮੋਰਲ ਵੈਲਿਊ ਸਕੂਲ 'ਚ ਸਿਖਾਈਆਂ ਜਾਂਦੀਆਂ, ਉਹ ਤਾਂ ਕਿਤੇ ਦੂਰ ਰਹਿ ਗਈਆਂ। ਗੁਰੂ ਮਹਾਰਾਜ ਤਾਂ ਇੱਕ ਇੱਕ ਆਦਤ 'ਤੇ ਬੰਦੇ ਦੇ ਧਿਆਨ ਦਿੰਦੇ ਨੇ। ਹੱਸਣਾ ਵੀ ਆ ਤਾਂ ਐਵੇਂ ਨਾ ਹੱਸੀ ਵੀ ਕਿਸੇ ਨੂੰ ਦਰਦ ਹੋਵੇ। ਦੇਖੋ ਕਬੀਰ ਸਾਹਿਬ ਜੀ ਕਹਿੰਦੇ ਹਨ ਕਿ ਅਜੋ ਸੋ ਨਾਉ ਸਮੁੰਦਰ ਮੈਂ, ਕਿਆ ਜਾਨੋ ਕਿਆ ਹੋਏ। ਕਬੀਰ ਗਰਬ ਨਾ ਕੀਜੀਏ, ਰੰਕ ਨਾ ਹੱਸੀਏ ਕੋਈ। ਕਿਤੇ ਐਵੇਂ ਨਾ ਗਰੀਬ ਵੱਲ ਵੇਖ ਕੇ ਹੱਸ ਵੀ, ਉਹਦਾ ਮਜ਼ਾਕ ਨਾ ਉਡਾ ਦੀ। ਹੱਸਣਾ ਵੀ ਸਿਖਾਉਂਦੇ ਨੇ ਵੀ ਕਿੱਥੇ ਹੱਸਣਾ, ਕਿੱਥੇ ਨਹੀਂ ਹੱਸਣਾ। ਹਰ ਜਨ ਗੁਣ ਗਾਵਤ ਹੱਸਿਆ। ਇੱਥੇ ਕਹਿੰਦੇ ਨੇ ਬੰਦਾ ਖਿੜਿਆ ਖਿੜਿਆ ਹੱਸਦਾ ਰਹਿੰਦਾ, ਗੁਰੂ ਦੇ ਗੁਣ ਗਾਉਂਦਾ, ਹੱਸਦਾ ਖਿੜਿਆ ਖਿੜਿਆ ਰਹਿੰਦਾ। ਕੱਲੀ ਕੱਲੀ ਇੱਕ ਇੱਕ ਆਦਤ ਤੇ ਬੰਦੇ ਦੇ ਦੇਖਣ ਤੇ ਬੜੇ ਹੀ ਮਹਾਰਾਜ ਦੇ ਪ੍ਰਮਾਣ ਨੇ ਵੀ ਦੇਖਣਾ ਕਿਵੇਂ ਆ ਕਿਸੇ ਨੂੰ। ਕਿਤੇ ਵਾਸ਼ਨਾ ਨਾਲ ਤਾਂ ਨਹੀਂ ਵੇਖ ਰਿਹਾ ਤੂੰ, ਕਿਤੇ ਗਲਤ ਨਿਗਾਹ ਨਾਲ ਤਾਂ ਨਹੀਂ ਦੇਖ ਰਿਹਾ ਤੂੰ। ਦੇਖ ਪਰਾਈਆਂ ਚੰਗੀਆਂ, ਮਾਵਾਂ ਧੀਆਂ ਭੈਣਾਂ ਜਾਣੇ, ਭਾਈ ਗੁਰਦਾਸ ਜੀ ਦੀ ਵਾਰ ਹੈ। ਕੱਲੀ ਕੱਲੀ ਚੀਜ਼ ਤੇ, ਬੰਦੇ ਦੇ ਤੁਰਨ ਤੇ, ਬੰਦੇ ਦੇ ਖਾਣ ਤੇ, ਬੰਦੇ ਦੇ ਪੀਣ ਤੇ, ਬੰਦੇ ਦੇ ਸੌਣ ਤੇ, ਊਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕਹਿ ਸਦਕਾਮ। ਇਵੇਂ ਹੋਵੇ ਤੇਰਾ ਉੱਠਣਾ, ਇਵੇਂ ਹੋਵੇ ਤੇਰਾ ਬੈਠਣਾ, ਉਹਦੇ ਨਾਲ ਨਾਮ ਪਲੱਸ ਹੋਵੇ। ਰੋਟੀ ਪਕਾਉਂਦੇ ਆ, ਆਟਾ ਗੁੰਨਦੇ ਆ, ਕੰਮ ਕਰਦੇ ਆ, ਖੇਤ 'ਚ ਜਾਂਦੇ ਆ, ਹਾਥ ਪਾਓ ਕਰ ਕਾਮ ਸਭ ਚੀਤ ਨਰੰਜਨ ਨਾਲ। ਇਵੇਂ ਕਰ ਪਰ ਨਹੀਂ। ਬੰਦਾ ਜੋ ਦੇਖੈ ਛਿਦਰ ਤੋਂ ਨਿੰਦਕ ਉਹ ਮਾਹੈ, ਭਲੋ ਦੇਖ ਦੁਖ ਭਰੀਐ। ਆਠ ਪਹਿਰ ਚਿਤ ਵਹਿ ਨਹੀਂ ਪਹੁੰਚੈ, ਬੁਰਾ ਚਿਤਵਤ ਚਿਤਵਤ ਮਰੀਐ। ਬੁਰਾ ਚਿਤਵਤ ਚਿਤਵਤ ਮਰੀਐ। ਬੁਰਾ ਹੀ ਸੋਚਦਾ ਸੋਚਦਾ ਬੰਦਾ, ਬੁਰਾ ਲੋਚਦਾ ਲੋਚਦਾ ਬੰਦਾ ਮਰ ਜਾਂਦਾ ਹੈ। ਚੰਗੇ ਕਰਮ ਤੋਂ ਹੋ ਨਹੀਂ ਪਾਉਂਦੇ ਗੁਰੂ ਤੋਂ ਬਿਨਾਂ। ਮਨ ਤਨ ਹੋਏ ਚੁਲੰਬ, ਜੇ ਸਤਿਗੁਰ ਪਾਇਆ। ਸੂਰਜ ਵੀ ਹੈਗਾ, ਹਾਂਜੀ ਰੋਸ਼ਨੀ ਹੈਗੀ, ਤਾਰੇ ਵੀ ਹੈਗੇ ਆ, ਰੋਜ਼ ਨਿਕਲਦੇ ਨੇ। ਚੰਦਰਮਾ ਵੀ ਹੈਗਾ, ਠੰਡ ਵਰਤਾਉਣ ਵਾਲਾ। ਰੁੱਤਾਂ ਵੀ ਹੈਗੀਆਂ, ਸਰਦੀ ਗਰਮੀ, ਮੌਸਮੀ ਬਹਾਰ, ਮੌਸਮੀ ਫਿਜ਼ਾ, ਸਾਰੀਆਂ ਹੈਗੀਆਂ। ਪੱਤਝੜ ਸਾਰੇ ਤਰ੍ਹਾਂ ਦੇ। ਪਰ ਮੇਰੀ ਜ਼ਿੰਦਗੀ ਜਿਉਂ ਕਿ ਤਿਉਂ ਰਹੇਗੀ ਜੇ ਗੁਰੂ ਨਾ ਹੋਇਆ। ਮੇਰੀ ਸਮੱਸਿਆ ਦਾ ਹੱਲ ਨਹੀਂ ਕਰ ਪਾਉਣਾ ਸੂਰਜ ਨੇ, ਮੇਰੀ ਸਮੱਸਿਆ ਦਾ ਹੱਲ ਨਹੀਂ ਕਰ ਪਾਉਣਾ ਚੰਦਰਮਾ ਨੇ, ਤਾਰਿਆਂ ਨੇ ਭਾਵੇਂ ਹੈਗੇ ਆ। ਮੈਨੂੰ ਗੁਰੂ ਦੀ ਲੋੜ ਆ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਗੁਰ ਬਿਨ ਸੁਰਤ ਨ ਸਿੱਧ, ਗੁਰੂ ਬਿਨ ਮੁਕਤ ਨ ਪਾਵੇ। ਮੇਰੀ ਜ਼ਿੰਦਗੀ ਦਾ ਮਕਸਦ ਹੱਲ ਨਹੀਂ ਹੋਣਾ ਤੈਨੂੰ ਧਿਆਏ ਤੋਂ ਬਿਨਾਂ। ਇਸ ਦੁਨੀਆ ਵਿੱਚ ਹਰ ਕੋਈ ਬੰਦਾ ਮੇਲਾ ਵੇਖਣ ਆਇਆ। ਤੂੰ ਜੀ ਨਾ ਲਾ ਲਈ 2 ਘੜੀਆਂ ਦਾ, ਮੇਲਾ ਵੇਖਣ ਆਇਆ। ਇਸ ਮੇਲੇ ਚੋਂ ਜਿਹੜਾ ਖੁੰਝਿਆ ਮੁੜ ਮੇਲੇ ਨਹੀਂ ਆਇਆ। ਇਕਬਾਲ ਉਹਨਾਂ ਨੂੰ ਸਜਦੇ ਕਰਦਾ, ਉਹਨਾਂ ਨੂੰ ਇਕਬਾਲ ਸਜਦੇ ਕਰਦਾ ਜਿਨ੍ਹਾਂ ਨਾਨਕ ਨਾਮ ਤੇ ਆਇਆ, ਜਿਨ੍ਹਾਂ ਨੇ ਗੁਰੂ ਨੂੰ ਯਾਦ ਕੀਤਾ। ਵੱਡੇ ਵੱਡੇ ਪੀਰ ਪੈਗੰਬਰ ਫਕੀਰ ਕਹਿੰਦੇ ਅਸੀਂ ਉਹਨਾਂ ਨੂੰ ਮੱਥਾ ਟੇਕਦੇ ਹਾਂ, ਸਿਰ ਨਵਾਉਂਦੇ ਹਾਂ। ਉਹਨਾਂ ਨੇ ਆਪਦੀ ਜ਼ਿੰਦਗੀ ਸਫਲ 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 ਭਈ ਯਾਤਰਾ ਸਫਲ ਹੋ ਗਈ। ਐਸਿਆਂ ਨੂੰ ਮੱਥਾ ਟੇਕਦੇ ਹਾਂ, ਵਾਰੇ ਵਾਰੇ ਜਾਂਦੇ ਹਾਂ। ਇੰਨੀਆਂ ਕੁ ਬੇਨਤੀਆਂ ਕਰੋ ਸਵੀਕਾਰ। ਗੁਰੂ ਮਹਾਰਾਜ ਦੀ ਜੋ ਸ਼ਾਨ ਹੈ ਬਹੁਤ ਉੱਚੀ ਅਤੇ ਸੁੱਚੀ ਹੈ ਜੀ। ਸੰਗਤ ਦੀ ਸ਼ਾਨ ਬਹੁਤ ਉੱਚੀ ਆ। ਬੋਲਦੇ ਆ ਕਿ ਨਹੀਂ, ਨਾਨਾ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ। ਹਾਂਜੀ, ਗੁਰੂ ਦੀ ਪਿਆਰੀ ਸੰਗਤ, ਸਤਿਗੁਰੂ ਜੀ ਬਖਸ਼ਿੰਦ ਪਿਤਾ ਨੇ ਸਾਨੂੰ ਬਖਸ਼ ਲੈਣ ਜੀ।
ਆਓ ਹੁਣ ਆਪਾਂ ਪਿਆਰ ਤੇ ਅਦਬ ਦੇ ਨਾਲ ਇਕਬਾਲ ਉਹਨਾਂ ਨੂੰ ਸਜਦੇ ਕਰਦਾ ਜਿਨ੍ਹਾਂ ਨਾਨਕ ਨਾਮ ਤੇ ਆਇਆ। ਆਪਾਂ ਵੀ ਐਸੇ ਵਾਹਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਚੇਤੇ ਕਰੀਏ, ਅਕਾਲ ਪੁਰਖ ਨੂੰ ਯਾਦ ਕਰਕੇ ਆਪਦੇ ਜ਼ਿੰਦਗੀ ਨੂੰ ਜੀਵਨ ਦੇ ਵਿੱਚ ਬਦਲੀਏ। ਦੇਹੋ ਸੱਜਣ ਅਸੀਸੜੀਆਂ, ਜਿਉ ਹੋਵੇ ਸਾਹਿਬ ਸੋ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।